नमस्कार। देश दुनिया में एसडीटीवी प्राइम देख रहे सारे दर्शकों का स्वागत। मैं हाँ शमी डावरा ਤੇ ਮੈਂ ਹਾਂ ਜੀ ਰਣ ਬਹਾਦਰ ਸਿੰਘ। ਦੋਸਤੋ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਇਨਸਾਈਡ ਖਬਰ। ਰਾਣਾ ਜੀ ਇਨਸਾਈਡ ਖਬਰ ਦੇ ਵਿੱਚ ਅੱਜ ਗੱਲ ਕਰਾਂਗੇ ਆਪਾਂ ਬਿਹਾਰ ਦੀਆਂ ਖਬਰਾਂ, ਬਿਹਾਰ ਦੀਆਂ ਚੋਣਾਂ ਤੇ ਬਿਹਾਰ ਦੀਆਂ ਹੋਰ ਗੱਲਾਂ ਬਾਰੇ। ਗੱਲ ਉੱਭਰ ਕੇ ਇਹੀ ਆਈ ਹੈ ਵੀ ਚੋਣਾਂ ਦੀ ਬੜੀ ਉਤਸ਼ਾਹ ਦੇ ਨਾਲ ਉੱਥੇ ਚੋਣਾਂ ਹੋਈਆਂ ਸੀਗੀਆਂ ਔਰ ਬੜਾ ਕੁਛ ਐਨਡੀਏ ਵੱਲੋਂ ਤੇ ਬਹੁਤ ਕੁਛ ਮਹਾਗਠਬੰਧਨ ਬਣਾ ਕੇ ਉਹਨਾਂ ਵੱਲੋਂ ਇੱਕ ਤਰ੍ਹਾਂ ਸਾਰਾ ਕੁਛ ਹੀ ਝੋਕ ਦਿੱਤਾ ਗਿਆ ਸੀਗਾ ਤੇ ਨਤੀਜੇ ਜਿਹੜੇ ਸੀਗੇ ਬੜੇ ਨੈਕ ਟੂ ਨੈਕ ਫਾਈਟ ਹੁੰਦੀ ਗਈ ਹੈ। ਉਸ ਤੋਂ ਬਾਅਦ ਨਤੀਜੇ ਜਦੋਂ ਆਏ ਤਾਂ ਉਹ ਉੱਭਰ ਕੇ ਇਹੀ ਸਿਨੈਰੀਓ ਸਾਹਮਣੇ ਆਇਆ ਵੀ ਨਿਤੀਸ਼ ਕੁਮਾਰ ਜੀ ਦੁਬਾਰਾ ਮੁੱਖ ਮੰਤਰੀ ਬਣੇ ਰਹਿ ਸਕਦੇ ਆ। ਦਾਵੜਾ ਜੀ, ਜਿੱਦਾਂ ਤੁਸੀਂ ਕਿਹਾ ਕਿ ਬੜਾ ਉਤਸ਼ਾਹ ਸੀ ਲੋਕਾਂ 'ਚ। ਜੀ। ਕੋਈ ਵੀ ਇਲੈਕਸ਼ਨ ਹੋਵੇ, ਚਾਹੇ ਉਹ ਪਾਰਲੀਮੈਂਟ ਦਾ ਹੋਵੇ, ਚਾਹੇ ਉਹ ਅਸੈਂਬਲੀ ਇਲੈਕਸ਼ਨ ਹੋਣ, ਚਾਹੇ ਛੋਟੇ-ਮੋਟੇ ਪਿੰਡਾਂ ਦੇ ਇਲੈਕਸ਼ਨ ਹੋਣ, ਕੌਂਸਲਾਂ ਦੇ ਇਲੈਕਸ਼ਨ ਹੋਣ, ਚਾਅ ਭਾਰਤ 'ਚ ਜਿਹੜਾ ਹੈ ਉਹ ਹਰੇਕ ਵਿਅਕਤੀ ਨੂੰ ਹੁੰਦਾ ਹੈ ਚੋਣਾਂ ਦਾ। ਬਿਲਕੁਲ। ਚੋਣਾਂ 'ਚ ਹਿੱਸਾ ਲੈਣ ਦਾ ਕਿਸੇ ਵੀ ਤਰ੍ਹਾਂ, ਚਾਹੇ ਵੋਟਰ ਦੇ ਤੌਰ ਤੇ, ਚਾਹੇ ਉਮੀਦਵਾਰ ਦੇ ਤੌਰ ਤੇ, ਚਾਹੇ ਸਮਰਥਕ ਦੇ ਤੌਰ ਤੇ। ਸੋ ਬੜਾ ਕਲਰਫੁਲ ਇਲੈਕਸ਼ਨ ਹੁੰਦਾ ਹੈ ਹਰੇਕ ਵਾਸਤੇ, ਲੋਕਾਂ ਵਾਸਤੇ ਵੀ, ਟੈਲੀਵਿਜ਼ਨ ਚੈਨਲਸ ਵਾਸਤੇ ਵੀ, ਅਖਬਾਰਾਂ ਵਾਸਤੇ ਵੀ ਇੱਕ ਤਰ੍ਹਾਂ ਦਾ ਇਹ ਉਤਸਵ ਹੁੰਦਾ। ਬਿਲਕੁਲ। ਸੋ ਬਿਹਾਰ ਦੀਆਂ ਚੋਣਾਂ ਹੋ ਕੇ ਹਟ ਗਈਆਂ। ਬਿਹਾਰ ਬੜੀ ਦਾਵੜਾ ਜੀ ਇੰਪੋਰਟੈਂਟ ਸਟੇਟ ਹੈ। ਬਿਲਕੁਲ। ਇੱਕ ਤਰ੍ਹਾਂ ਦੀ ਬੈਲ ਵੈਦਰ ਸਟੇਟ ਕਿਹਾ ਜਾਂਦਾ, ਜੋ ਭਾਰਤ ਦੀ ਰਾਜਨੀਤੀ 'ਚ ਜੇ ਆਉਣਾ ਹੁੰਦਾ ਹੈ ਚੋਣਾਂ ਦੇ ਤੌਰ ਤੇ ਵੀ, ਵਿਚਾਰਧਾਰਕ ਤੌਰ ਤੇ ਵੀ, ਬਿਹਾਰ 'ਚ ਉਹਨੂੰ ਅਗਾਊਂ ਦੇਖਿਆ ਜਾ ਸਕਦਾ। ਬਿਲਕੁਲ। ਮਹਾਤਮਾ ਗਾਂਧੀ ਜੀ ਨੇ ਜੇ ਆਪਣੇ ਸਿਆਸੀ ਘੋਲਾਂ ਦੀ ਜਿਹੜੀ ਸ਼ੁਰੂਆਤ ਕੀਤੀ, ਚੰਪਾਰਣ ਬਿਹਾਰ ਤੋਂ ਕੀਤੀ। ਜੀ। ਜੇਪੀ ਮੂਵਮੈਂਟ ਚੱਲੀ, ਸੰਪੂਰਨ ਕ੍ਰਾਂਤੀ ਦਾ ਨਾਅਰਾ ਜਿਹੜਾ ਚੱਲਿਆ ਉਹ ਬਿਹਾਰ ਤੋਂ ਚੱਲਿਆ। ਉਹ ਤੋਂ ਬਾਅਦ ਸੋਸ਼ਲ ਇੰਜੀਨੀਅਰਿੰਗ ਦੀ ਜਿਹਨੂੰ ਲੈਬੋਰਟਰੀ ਕਿਹਾ ਜਾਂਦਾ, ਓਬੀਸੀ, ਬੀਸੀ, ਮੁਸਲਿਮ ਯਾਦਵ ਕੰਬੀਨੇਸ਼ਨ, ਉਹ ਵੀ ਜਿਹੜਾ ਬਿਹਾਰ ਨੂੰ ਕਿਹਾ ਜਾਂਦਾ ਕਿ ਸੋਸ਼ਲ ਇੰਜੀਨੀਅਰਿੰਗ ਦੀ ਲੈਬੋਰਟਰੀ ਹੈ। ਭਾਵੇਂ ਕਿ ਭਾਗਲਪੁਰ ਰਾਈਟਸ ਵੀ ਬਿਹਾਰ 'ਚ ਹੋਏ। ਬਿਹਾਰ ਬੜੀ ਇੰਪੋਰਟੈਂਟ ਸਟੇਟ ਹੈ ਤੇ 40 ਦੇ ਕਰੀਬ ਉੱਥੇ ਜਿਹੜੀਆਂ ਹੈ ਉਹ ਪਾਰਲੀਮੈਂਟਰੀ ਸੀਟਸ ਵੀ ਹੈਗੀਆਂ। ਬਿਲਕੁਲ। ਸੋ ਜਿੱਦਾਂ ਤੁਸੀਂ ਕਿਹਾ, ਸਾਰਾ ਕੁਝ ਝੋਕਣਾ ਹੀ ਸੀ ਕਿਉਂਕਿ ਇਹਦੇ 'ਚ ਬਹੁਤ ਕੁਝ ਦਾਅ 'ਤੇ ਲੱਗਿਆ ਹੋਇਆ ਸੀ ਜਿਨ੍ਹਾਂ ਆਉਣ ਵਾਲੇ ਸਮੇਂ ਦੀ ਰਾਜਨੀਤੀ ਨੂੰ ਸਾਡੀ ਨੂੰ ਪ੍ਰਭਾਵਿਤ ਕਰਨਾ ਸੀ। ਜੀ। ਚੋਣ ਨਤੀਜਿਆਂ ਦੀ ਜੇ ਅਸੀਂ ਸਮੀਖਿਆ ਕਰੀਏ, ਮੈਂ ਜੇ ਸਾਰੀ ਚੀਜ਼ ਨੂੰ ਸਮ ਅਪ ਕਰਨਾ ਹੋਵੇ ਤਾਂ ਇਹਦੇ 'ਚ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੀ, ਨਰਿੰਦਰ ਮੋਦੀ ਇੱਕ ਪ੍ਰਚਾਰਕ ਦੇ ਤੌਰ ਤੇ, ਨਰਿੰਦਰ ਮੋਦੀ ਇੱਕ ਲੀਡਰ ਦੇ ਤੌਰ ਤੇ ਉਹਦੀ ਜਿੱਤ ਦੇਖਦਾ। ਬਿਲਕੁਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੱਦ ਦਾ ਲੀਡਰ ਇੱਕ ਪ੍ਰਚਾਰਕ ਦੇ ਤੌਰ ਤੇ ਇਸ ਵੇਲੇ ਓਪੋਜੀਸ਼ਨ ਕੋਲ ਨਹੀਂ ਹੈ, ਜਾਂ ਕਹਿ ਸਕਦੇ ਹੋ ਓਪੋਜੀਸ਼ਨ ਨੂੰ ਲੋੜੀਂਦਾ ਹੈ। ਅਜੇ ਤੱਕ ਪ੍ਰਧਾਨ ਮੰਤਰੀ ਮੋਦੀ ਦੀ ਚੜ੍ਹਤ ਜਿਹੜੀ ਹੈ ਉਹ ਕਾਇਮ ਹੈ। ਇਹ ਇਹਨਾਂ ਚੋਣ ਨਤੀਜਿਆਂ ਬਿਲਕੁਲ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੀਜੇਪੀ ਦੁਆਰਾ 74 ਸੀਟਾਂ ਜਿੱਤਣੀਆਂ ਬਿਹਾਰ ਵਰਗੇ ਸਟੇਟ ਦੇ ਵਿੱਚ ਆਪਣੇ ਆਪ ਦਰਸਾਉਂਦੀਆਂ ਨੇ ਕਿ ਅੱਜ ਵੀ ਮੋਦੀ ਦਾ ਜਾਦੂ ਜਿਹੜਾ ਹੈ ਉਹ ਲੋਕਾਂ ਦੇ ਸਿਰ ਚੜ੍ਹ ਕੇ ਬੋਲਿਆ ਤੇ ਉਸੇ ਤਰ੍ਹਾਂ ਬਰਕਰਾਰ ਹੈ ਜਿਸ ਤਰ੍ਹਾਂ 2014 ਦੇ ਵਿੱਚ ਪਹਿਲਾਂ ਬਰਕਰਾਰ। ਦੇਖੋ, ਅਸੀਂ ਤੁਸੀਂ ਚਰਚਾ ਕਰ ਰਹੇ ਹਾਂ ਦਾਵੜਾ ਜੀ ਕਿ ਪ੍ਰਧਾਨ ਮੰਤਰੀ ਮੋਦੀ ਦੀ ਜਿੱਤ ਹੈ। ਅਜੇ ਕਿ ਉਹ ਪ੍ਰਧਾਨ ਮੰਤਰੀ ਨੇ, ਲੋਕਾਂ ਨੇ ਵੋਟਾਂ ਆਪਣੇ ਐਮਐਲਏ ਚੁਣਨ ਲਈ ਪਾਈਆਂ, ਆਪਣੀ ਵਿਧਾਨ ਸਭਾ ਚੁਣਨ ਲਈ ਪਾਈਆਂ, ਪਰ ਕਿਤੇ ਨਾ ਕਿਤੇ ਲੋਕਾਂ ਨੂੰ ਲੱਗ ਰਿਹਾ ਹੈ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿੱਤ ਹੈ। ਜੀ। ਲੇਕਿਨ ਦੂਜੇ ਪਾਸੇ ਇਹ ਵੀ ਤਾਂ ਹੋਇਆ ਵੀ ਨਿਤੀਸ਼ ਕੁਮਾਰ ਜਿਹੜੇ ਕਿ ਉੱਥੇ 15 ਸਾਲ ਤੋਂ ਲਗਾਤਾਰ ਰਾਜ ਕਰਦੇ ਆ ਰਹੇ ਸੀਗੇ। ਉਸ ਤੋਂ ਪਹਿਲਾਂ ਵੀ ਹਾਲਾਂਕਿ 2000 ਦੇ ਵਿੱਚ ਵੀ ਉਹ ਮੁੱਖ ਮੰਤਰੀ ਦੇ ਤੌਰ ਤੇ ਅੱਗੇ ਆਏ ਸੀ, ਲੇਕਿਨ ਫਿਰ 7 ਦਿਨ ਬਾਅਦ ਉਹਨਾਂ ਨੂੰ ਰਿਜ਼ਾਈਨ ਕਰਨਾ ਪੈ ਗਿਆ। ਫਿਰ ਉਹ ਦੁਬਾਰਾ ਆਏ ਤਾਂ ਦੁਬਾਰਾ 2010 ਦੇ ਵਿੱਚ ਜਦੋਂ ਬਣੇ ਤਾਂ ਫਿਰ ਉਹਨਾਂ ਨੂੰ ਜਦੋਂ ਲੋਕ ਸਭਾ ਦੇ ਵਿੱਚ ਸੀਟਾਂ ਮਾੜੀ ਹਾਲਤ ਹੋ ਗਈ ਤਾਂ ਉਹਨਾਂ ਨੂੰ ਰਿਜ਼ਾਈਨ ਕਰਨਾ ਪੈ ਗਿਆ। ਮਾਜੀ ਰਾਮ ਉੱਥੇ ਦੇ ਮੁੱਖ ਮੰਤਰੀ ਹੋਏ, ਲੇਕਿਨ 2 ਵਾਰ ਲਗਾਤਾਰ, ਜਿਹਨੂੰ ਕਹਿ ਸਕਦੇ ਹਾਂ 10 ਸਾਲ ਤਾਂ ਹੁਣ ਲਗਾਤਾਰ ਜਿਹੜੇ ਹੈ ਇਹ ਬੀਜੇਪੀ ਦੇ ਨਾਲ ਜਿੱਤਦੇ ਰਹੇ ਆ। ਉਹਨਾਂ ਦੀਆਂ ਸੀਟਾਂ ਘਟ ਜਾਣੀਆਂ ਮਤਲਬ ਉਹਨਾਂ ਦਾ ਜਾਦੂ ਕਿਤੇ ਨਾ ਕਿਤੇ ਘਟ ਗਿਆ। ਜਾਂ ਵਿਕਾਸ, ਜਿਹਨੂੰ ਵਿਕਾਸ ਕਿਹਾ ਜਾਂਦਾ ਹੈ ਵੀ ਵਿਕਾਸ, ਹਾਲਾਂਕਿ ਪਿਛਲੀ ਸਰਕਾਰਾਂ ਨਾਲ ਤੁਲਨਾ ਕੀਤੀ ਜਾਵੇ, ਜਿਸ ਤਰ੍ਹਾਂ ਲਾਲੂ ਪ੍ਰਸਾਦ ਯਾਦਵ ਉੱਥੇ ਮੁੱਖ ਮੰਤਰੀ ਰਹੇ, ਰਾਬੜੀ ਦੇਵੀ ਉਹਨਾਂ ਨੇ ਫਿਰ ਆਪਣੀ ਜਗ੍ਹਾ ਤੇ ਲਗਾ ਦਿੱਤੀ, ਆਪ ਕੇਂਦਰ ਦੇ ਵਿੱਚ ਆ ਗਏ, ਵੀ ਉਹ ਵਿਕਾਸ ਉਹ ਪਹਿਲੀਆਂ ਸਰਕਾਰਾਂ ਨਹੀਂ ਕਰਾ ਸਕੀਆਂ ਸੀ। ਇਹਨਾਂ ਨੇ ਕਿਹਾ ਜਾਂਦਾ ਵੀ ਜ਼ਿਆਦਾ ਵਿਕਾਸ ਕਰਾਇਆ, ਲੇਕਿਨ ਫਿਰ ਵੀ ਇਸ ਦੇ ਬਾਵਜੂਦ ਵੀ ਅੱਜ ਇਹ ਉੱਥੇ ਤੀਜੇ ਚੌਥੇ ਨੰਬਰ ਦੀ ਪਾਰਟੀ ਬਣ ਕੇ ਰਹਿ ਗਏ ਨੇ, ਕਿਉਂਕਿ ਇਸ ਤੋਂ ਬਾਅਦ ਅਗਰ ਸਭ ਤੋਂ ਵੱਡੀ ਪਾਰਟੀ ਜਿਹੜੀ ਆਈ ਹੈ ਉਹ ਲਾਲੂ ਪ੍ਰਸਾਦ ਯਾਦਵ ਦੀ ਆਰਜੇਡੀ ਹੀ ਹੈ। ਦੇਖੋ, ਜਿਸ ਪਿੱਠ ਭੂਮੀ 'ਚ ਨਿਤੀਸ਼ ਕੁਮਾਰ ਜੀ ਇੱਕ ਲੀਡਰ ਦੇ ਤੌਰ ਤੇ ਉੱਭਰੇ ਸੀ ਜੀ, ਉਹ ਪਿੱਠ ਭੂਮੀ ਜੀ ਸੀ ਲਾਲੂ ਪ੍ਰਸਾਦ ਯਾਦਵ ਦੇ ਰਾਜ ਦੀ। ਬਿਲਕੁਲ। ਲਾਲੂ ਪ੍ਰਸਾਦ ਯਾਦਵ ਜੀ ਦਾ ਆਪਣਾ ਇੱਕ ਇਤਿਹਾਸ ਹੈ ਕਿ ਉਹ ਕਿਸ ਪਿੱਠ ਭੂਮੀ 'ਚੋਂ ਆਏ ਸੀ। ਉੱਥੇ ਭੂਮੀਹਰਾਂ ਦਾ, ਰਾਜਪੂਤਾਂ ਦਾ ਗਲਬਾ ਹੁੰਦਾ ਸੀ ਸਿਆਸੀ ਤੌਰ ਤੇ ਵੀ, ਤੇ ਉਹਨੂੰ ਉਹ ਐਕਸਪਲੋਇਟ ਕਰਕੇ ਓਬੀਸੀ ਨੂੰ ਰੀਪ੍ਰੈਜ਼ੈਂਟੇਸ਼ਨ ਦੇਣ ਦੇ ਨਾਂ ਤੇ ਉਹਨਾਂ ਨੇ ਇੱਕ ਜਿਹੜੀ ਹੈ ਸੋਸ਼ਲ ਇੰਜੀਨੀਅਰਿੰਗ ਕੀਤੀ, ਜਾਂ ਕਹਿ ਲਓ, ਜਾਂ ਇੱਕ ਸਮਾਜਿਕ ਕ੍ਰਾਂਤੀ ਦਾ ਨਾਅਰਾ ਦਿੱਤਾ, ਉਹਦੇ ਤਹਿਤ ਆਏ ਸੀ। ਪਰ ਲਾਲੂ ਪ੍ਰਸਾਦ ਯਾਦਵ ਦੇ ਰਾਜ ਨੂੰ ਲੋਕ ਯਾਦ ਕਰਦੇ ਨੇ, ਜਿੱਦਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵੀ ਕਿਹਾ,
ਹੋਰ ਪ੍ਰਚਾਰਕ ਵੀ ਕਹਿੰਦੇ ਨੇ ਜੰਗਲ ਰਾਜ ਦੇ ਤੌਰ ਤੇ ਜੀ, ਕਿਉਂਕਿ ਕ੍ਰਾਈਮ ਰੇਟ ਉਸ ਵੇਲੇ ਜਿਹੜਾ ਬਿਹਾਰ 'ਚ ਬਹੁਤ ਜ਼ਿਆਦਾ ਸੀ। ਬਿਲਕੁਲ। ਤੇ ਉਹ ਤੋਂ ਬਾਅਦ ਜਿੱਦਾਂ ਠੇਕੇਦਾਰੀਆਂ ਰੇਲਵੇ ਦੀਆਂ ਜਾਂ ਉਹਨਾਂ ਤੇ ਕਬਜ਼ਾ ਕੀਤਾ ਜਾਂਦਾ ਸੀ, ਉਹ ਬਿਹਾਰ 'ਚ ਹਮੇਸ਼ਾ ਅਖਬਾਰਾਂ ਦੀਆਂ ਸੁਰਖੀਆਂ ਬਣਦਾ ਰਿਹਾ ਜੀ, ਉਸ ਚੀਜ਼ ਨੂੰ ਲੈ ਕੇ ਨਿਤਿਸ਼ ਕੁਮਾਰ ਨੇ ਬੜਾ ਪ੍ਰਚਾਰ ਕੀਤਾ ਸੀ ਤੇ ਸੁਸ਼ਾਸਨ ਬਾਬੂ ਦੇ ਤੌਰ ਤੇ ਉਹ ਇੱਥੇ ਸਥਾਪਿਤ ਹੋ ਗਏ ਸੀ ਜੀ, ਤੇ 3 ਟਰਮਾਂ ਉਹਨਾਂ ਨੇ ਹੁਣ ਰਾਜ ਕੀਤਾ। ਐਤਕੀ ਕਹਿੰਦੇ ਸੀ ਐਂਟੀ ਇਨਕੰਬੈਂਸੀ ਹੋਣੀ ਆ ਬਹੁਤ। ਬਿਲਕੁਲ ਉਹਨਾਂ ਲਈ ਤਾਂ ਹੋ ਗਈ। ਇਹ ਜਾਦੂ ਚੱਲਿਆ, ਤੁਹਾਡੇ ਵਰਡ ਹੈ, ਜਾਦੂ ਚੱਲਿਆ ਮੋਦੀ ਦਾ ਜਾਦੂ ਬਰਕਰਾਰ ਹੈ। ਉਹਨਾਂ ਲਈ ਤਾਂ ਐਂਟੀ ਇਨਕੰਬੈਂਸੀ ਹੋ ਨਹੀਂ, ਗਈ। ਬਿਲਕੁਲ। ਦੇਖੋ ਤੁਸੀਂ ਜਨਤਾ ਦਲ ਯੂ ਨੇ 115 ਸੀਟਾਂ ਲੜੀਆਂ ਬਿਲਕੁਲ, ਤੇ 43 ਸੀਟਾਂ ਤੇ ਉਹ ਕਾਮਯਾਬ ਹੋਏ। 37% ਉਹਨਾਂ ਦਾ ਸਟ੍ਰਾਈਕ ਰੇਟ ਸੀ। ਬਿਲਕੁਲ। ਪਰ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਇੱਕ ਕਮਜ਼ੋਰੀ ਹੈ, ਇਹਨਾਂ ਚੋਣਾਂ ਨੇ ਵੀ ਉਹ ਦੱਸਿਆ, ਪਹਿਲੀਆਂ ਚੋਣਾਂ ਵੀ ਦੱਸਦੀਆਂ ਰਹੀਆਂ ਕਿ ਨਰਿੰਦਰ ਮੋਦੀ ਤਾਂ ਹੈ ਪਰ ਜੀ। ਨਰਿੰਦਰ ਮੋਦੀ ਤੋਂ ਇਲਾਵਾ ਕੌਣ? ਬਿਲਕੁਲ। ਉਹ ਭਾਰਤੀ ਜਨਤਾ ਪਾਰਟੀ ਕੋਲ ਇੱਕ ਰੀਜਨਲ ਲੀਡਰ ਜਿਹੜੇ ਹੈ ਉਹ ਨਹੀਂ ਹੈ ਜਿਨ੍ਹਾਂ ਨੂੰ ਇੱਕ ਚਿਹਰੇ ਦੇ ਤੌਰ ਤੇ ਉਹ ਪੇਸ਼ ਕਰ ਸਕਣ। ਬਿਲਕੁਲ। ਇਸ ਕਰਕੇ ਕਿਉਂਕਿ 2 ਵਾਰ ਪਹਿਲਾਂ ਉਹ ਜਿੱਤ ਚੁੱਕੇ ਨੇ, ਨਿਤਿਸ਼ ਕੁਮਾਰ ਹੀ ਇੱਕ ਚਿਹਰਾ ਸੀ ਜਿਹਨੂੰ ਪ੍ਰੋਜੈਕਟ ਕਰਕੇ ਉਹ ਡਬਲ ਇੰਜਨ ਦੀ ਸਰਕਾਰ ਜਿਹਨੂੰ ਕਹਿੰਦੇ ਸੀ ਕਿ ਇੱਥੇ ਨਿਤਿਸ਼ ਕੁਮਾਰ ਹੋਣਗੇ, ਜੀ, ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਗੇ। ਇਹ ਗੱਲ ਤੁਹਾਡੀ ਠੀਕ ਹੈ ਕਿ ਨਰਿੰਦਰ ਮੋਦੀ ਤੋਂ ਇਲਾਵਾ ਨਿਤਿਸ਼ ਕੁਮਾਰ ਦਾ ਉਹ ਜਲਵਾ ਨਹੀਂ ਸੀ, ਉਹ ਹੇਠਾਂ ਨੂੰ ਲਗਾਤਾਰ ਆ ਰਿਹਾ ਹੈ। ਪਰ ਇੱਥੇ ਗੱਲ ਗੌਰ ਕਰਨ ਵਾਲੀ ਇਹ ਹੈ ਕਿ ਉਹਦੀ ਕੀਮਤ ਤੇ ਜਿੱਤ ਕੌਣ ਰਿਹਾ? ਬਿਲਕੁਲ। ਜਿੱਤ ਸਰਕਾਰ ਕੀ ਨਹੀਂ ਬਣ ਰਹੀ ਹੈ। ਨਹੀਂ, ਤੁਸੀਂ ਦੇਖੋ ਵੀ ਜਨਤਾ ਦਲ ਯੂ ਦੀਆਂ ਸੀਟਾਂ ਤਾਂ ਘਟ ਗਈਆਂ ਪਰ ਭਾਰਤੀ ਜਨਤਾ ਪਾਰਟੀ ਦੇ ਸੀਟਾਂ ਵੱਧ ਵੱਧ ਗਈਆਂ। ਕਿਸੇ ਦਿਨ ਭਾਰਤੀ ਜਨਤਾ ਪਾਰਟੀ ਨੂੰ ਲੋੜ ਸੀ ਨਿਤਿਸ਼ ਕੁਮਾਰ ਦੀ, ਅੱਜ ਉਲਟਾ ਹੋ ਗਿਆ। ਅੱਜ ਨਿਤਿਸ਼ ਕੁਮਾਰ ਨੂੰ ਸ਼ਾਇਦ ਜ਼ਿਆਦਾ ਲੋੜ ਹੈ ਭਾਰਤੀ ਜਨਤਾ ਪਾਰਟੀ ਦੀ, ਕਿਉਂਕਿ ਅੱਜ ਕਿਹਾ ਜਾ ਰਿਹਾ ਕਿ ਸ਼ਾਇਦ ਮੁੱਖ ਮੰਤਰੀ ਭਾਰਤੀ ਜਨਤਾ ਪਾਰਟੀ ਦਾ ਹੀ ਬਣਿਆ। ਹਾਲਾਂਕਿ ਨਰਿੰਦਰ ਮੋਦੀ ਜੀ ਨੇ ਵੀ ਕਿਹਾ, JP ਨੱਡਾ ਜੀ ਨੇ ਵੀ ਕਿਹਾ, ਸਾਰੇ ਕਹਿ ਰਹੇ ਨੇ ਕਿ ਅਸੀਂ ਜੋ ਕਮਿਟਮੈਂਟ ਕਰ ਲਈ ਪਹਿਲਾਂ ਉਹ ਨਿਤਿਸ਼ ਕੁਮਾਰ ਹੀ ਮੁੱਖ ਮੰਤਰੀ ਹੋਣਗੇ। ਪਰ ਇਹ ਗੱਲ ਤੁਹਾਡੀ ਠੀਕ ਹੈ ਕਿ ਜਨਤਾ ਦਲ ਯੂ ਹੈ ਜਿਹੜਾ ਉਹਦਾ ਵੋਟ ਬੈਂਕ ਜਿਹੜਾ ਵੋਟ ਸ਼ੇਅਰ ਲਗਾਤਾਰ ਘਟ ਰਿਹਾ ਤੇ ਆਉਣ ਵਾਲੇ ਦਿਨਾਂ 'ਚ ਦਾਵੜਾ ਜੀ ਇਹ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਕੰਪੀਟੀਸ਼ਨ ਹੋਣਾ ਭਾਰਤੀ ਜਨਤਾ ਪਾਰਟੀ 'ਚ ਤੇ ਰਾਸ਼ਟਰੀ ਜਨਤਾ ਦਲ 'ਚ ਨਿਤਿਸ਼ ਕੁਮਾਰ ਨਾਲ ਖਤਮ ਹੋਣਾ ਕਿ ਉਹ ਵੋਟ ਸ਼ੇਅਰ ਕਿਹਨੇ ਕਬਜ਼ਾ ਕਰਨਾ, ਉਹਦੇ ਭਾਰਤੀ ਜਨਤਾ ਪਾਰਟੀ ਨਾਲ ਕਰਨਾ ਕਿ ਰਾਸ਼ਟਰੀ ਜਨਤਾ ਦਲ ਨਾਲ, ਕਿਉਂਕਿ ਨਿਤਿਸ਼ ਕੁਮਾਰ ਦੀ ਜਿਹੜੀ ਨੈਕਸਟ ਲੀਡਰਸ਼ਿਪ ਹੈ ਉਹ ਤੁਹਾਨੂੰ ਨਦਾਰਦ ਦਿਖੇਗੀ। ਜ਼ੀਰੋ। ਉਹ ਕਿਉਂਕਿ ਉਹੀ ਲੀਡਰਸ਼ਿਪ ਹੈ ਜਿਹੜੀ ਕਦੀ RJD ਜਾਂ ਹੋਰ ਪਾਰਟੀਆਂ ਦਾ ਹਿੱਸਾ ਹੁੰਦੀ ਸੀ। ਲੇਕਿਨ ਇੱਕ ਗੱਲ ਮੈਂ ਹੋਰ ਤੁਹਾਡੇ ਨਾਲ ਕਰਾਂ ਰਾਣਾ ਜੀ, ਇਹਦੇ ਵਿੱਚ ਉੱਭਰ ਕੇ ਆਇਆ ਹੈ ਕਿ ਕਾਂਗਰਸ ਕਿੱਥੇ ਹੈ, ਕਾਂਗਰਸ ਕਿੱਥੇ ਖੜੀ ਹੈ। ਕਾਂਗਰਸ ਜਿਹਦਾ ਬੋਲਬਾਲਾ ਹੁੰਦਾ ਸੀ ਕਿਸੇ ਟਾਈਮ ਦੇ ਵਿੱਚ ਬਿਹਾਰ ਦੇ ਵਿੱਚ, ਅੱਜ ਕਾਂਗਰਸ ਜਿਹੜੀ ਹੈ ਇੱਕ ਪਰਿਵਾਰ ਦੇ ਵਿੱਚ ਸਿਮਟ ਕੇ ਠਹਿਰ ਗਈ ਹੈ ਵੀ ਉਹੀ ਇੱਕ ਇਹਨਾਂ ਨੂੰ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਉਹੀ ਉੱਥੇ ਜਾਂਦੇ ਰਹੇ, ਹੋਰ ਕੋਈ ਲੀਡਰ ਨਹੀਂ ਸੀ ਇਹਨਾਂ ਕੋਲ ਜਿਹੜਾ ਜਾ ਕੇ ਉੱਥੇ ਕੁਝ ਕਰ ਸਕਦਾ। ਹਾਲਾਂਕਿ ਉਮੀਦ ਬਹੁਤ ਸੀ ਕਾਂਗਰਸ ਨੂੰ ਇਸ ਵਾਰ, ਉਮੀਦ ਇਹ ਵੀ ਸੀ ਵੀ ਸਰਕਾਰ ਵੀ ਜਿਹੜੀ ਹੈ ਕਾਂਗਰਸ ਜਿਹੜੀ ਆ RJD ਨਾਲ ਰਲ ਕੇ ਬਣਾਏਗੀ, ਲੇਕਿਨ ਉਹਨਾਂ ਉਮੀਦਾਂ ਤੇ ਤੁਸ਼ਾਰਪਾਤ ਤਾਂ ਹੋਇਆ। ਨਾਲ ਹੀ ਕਾਂਗਰਸ ਨੂੰ ਸਿਰਫ 19 ਸੀਟਾਂ ਮਿਲੀਆਂ। ਇਹ ਗੱਲ ਤੁਹਾਡੀ ਠੀਕ ਹੈ ਕਿ ਕਾਂਗਰਸ ਪਾਰਟੀ ਨੇ ਕਦੇ ਰਾਜ ਕੀਤਾ ਹੈ ਬਿਹਾਰ ਤੇ, ਦਹਾਕਿਆਂ ਵੱਧ ਹੀ ਰਾਜ ਕੀਤਾ ਦਾਵੜਾ। ਬਿਲਕੁਲ। ਪਰ ਹੁਣ ਜਿਹੜੀ ਉਹਦੀ ਬ੍ਰਾਂਡ ਵੈਲਿਊ ਤਾਂ ਹੈ, ਪਰ ਉਸ ਬ੍ਰਾਂਡ ਵੈਲਿਊ ਦਾ ਕੋਈ ਬਹੁਤਾ ਜ਼ਿਆਦਾ ਲਗਾਤਾਰ ਘਟ ਰਹੀ ਹੈ। ਅੱਜ ਇਹ ਕਿਹਾ ਜਾ ਰਿਹਾ ਹੈ, ਹਰੇਕ ਪੋਲੀਟੀਕਲ ਪੰਡਤ ਕਹਿ ਰਿਹਾ ਹੈ ਕਿ ਰਾਸ਼ਟਰੀ ਜਨਤਾ ਦਲ ਦੀ ਜੇ ਸਰਕਾਰ ਨਹੀਂ ਬਣੀ ਤਾਂ ਉਹਦੇ 'ਚ ਜੇ ਕੋਈ ਬੰਦਾ ਹੈ ਜਿਹੜਾ ਦੋਸ਼ੀ ਹੈ ਸਭ ਤੋਂ ਜ਼ਿਆਦਾ ਤਾਂ ਉਹ ਕਾਂਗਰਸ ਪਾਰਟੀ ਹੈ, ਕਿਉਂਕਿ ਕਾਂਗਰਸ ਨੇ ਜਿੱਦ ਕਰਕੇ ਲੜ ਕੇ 70 ਸੀਟਾਂ ਲਈਆਂ। ਬਿਲਕੁਲ। ਤੇ 17 ਤੋਂ ਜਿੱਤੀ ਉਹ 19 ਸੀਟਾਂ। ਬਿਲਕੁਲ। ਤੇ ਤੁਸੀਂ ਹਿਸਾਬ ਲਾ ਲਓ ਕਿ ਉਹਨਾਂ ਦਾ ਸਟ੍ਰਾਈਕ ਰੇਟ ਕਿੰਨਾ ਕੁ ਹੈ। ਸਟ੍ਰਾਈਕ ਰੇਟ ਉਹਨਾਂ ਦਾ 27% ਸਟ੍ਰਾਈਕ ਰੇਟ ਬਣਦਾ। ਬਿਲਕੁਲ। ਸਭ ਤੋਂ ਘੱਟ ਜੇ ਰਾਸ਼ਟਰੀ ਜਨਤਾ ਦਲ ਸਾਰੀਆਂ ਸੀਟਾਂ ਲੜ ਲੈਂਦੀ 70 ਤਾਂ ਮੇਰੇ ਖਿਆਲ ਸ਼ਾਇਦ 5-7 ਸੀਟਾਂ ਹੋਰ ਜਿੱਤ 5-7 ਸੀਟਾਂ 10 ਸੀਟਾਂ ਹੋਰ ਜਿੱਤ ਸਕਦੀ ਸੀ ਤੇ ਉਹ ਬਣਦੇ। ਇਹ ਗੱਲ ਤੁਹਾਡੀ ਠੀਕ ਹੈ ਕਿ ਕਾਂਗਰਸ ਪਾਰਟੀ ਹੁਣ ਕਿਹਾ ਜਾਏਗਾ ਅਸੀਂ ਸਮੀਖਿਆ ਕਰਾਂਗੇ, ਅਸੀਂ ਹਾਰ ਦੇ ਕਾਰਨਾਂ ਤੇ ਝਾਤ ਹਰ ਇਲੈਕਸ਼ਨ ਬਾਅਦ ਹੋਣਾ ਹੀ ਹੈ, ਉਹ ਤਾਂ ਹਰ ਇਲੈਕਸ਼ਨ ਬਾਅਦ ਹੁੰਦਾ। ਪਰ ਕਾਂਗਰਸ ਖੜੀ ਉੱਥੇ ਹੈ, ਲਗਾਤਾਰ ਕਾਂਗਰਸ ਦਾ ਗ੍ਰਾਫ ਥੱਲੇ ਜਾ ਰਿਹਾ ਹੈ ਤੇ ਅਲਾਈਅੰਸ ਕਰਨ ਵਾਸਤੇ ਹੁਣ ਅਗਲੀਆਂ ਪਾਰਟੀਆਂ ਸੋਚਿਆ ਕਰਨਗੀਆਂ ਕਿ ਕਾਂਗਰਸ ਪਾਰਟੀ ਨਾਲ ਅਲਾਈਅੰਸ ਕਰੀਏ ਕਿ ਨਾ ਕਰੀਏ, ਕਿ ਸਾਡੇ ਇਹ ਗਲ ਦਾ ਜਿਹੜਾ ਹੈ ਉਹ ਕਿਤੇ ਰੱਸਾ ਨਾ ਬਣ ਜਾਵੇ ਕਾਂਗਰਸ ਪਾਰਟੀ। ਬਿਲਕੁਲ। ਇੱਕ ਚੀਜ਼ ਹੋਰ ਜਿੱਥਾਂ ਇਹ ਗੱਲ ਤੁਹਾਡੇ ਨਾਲ ਕਰੀਏ ਵੀ ਓਵੈਸੀ ਦੀ ਇੱਕ ਪਾਰਟੀ ਹੈ AIMIM, ਵੀ ਉਹ ਪਾਰਟੀ ਨੇ ਵੀ 5 ਸੀਟਾਂ ਜਿੱਤ ਲਈਆਂ। ਇਹ ਪਹਿਲੀ ਵਾਰ ਹੋਇਆ ਵੀ ਇੱਕ ਮੁਸਲਿਮ ਸਮੁਦਾਇ, ਹਾਲਾਂਕਿ ਕਿਹਾ ਹੀ ਜਾਂਦਾ ਹੈ ਵੀ ਬਿਹਾਰ ਦੀ ਰਾਜਨੀਤੀ ਪੂਰੀ ਤਰ੍ਹਾਂ ਜਾਤੀਵਾਦ ਦੇ ਉੱਤੇ ਆਧਾਰਿਤ ਹੈਗੀ ਹੈ, ਲੇਕਿਨ ਇੱਕ ਮੁਸਲਿਮ ਸਮੁਦਾਇ ਦੀਆਂ ਇੱਕ ਖੇਤਰ ਦੇ ਵਿੱਚੋਂ 5 ਸੀਟਾਂ ਜਿੱਤ ਲੈਣੀਆਂ, ਇਹ ਵੀ ਆਪਣੇ ਆਪ ਦੇ ਵਿੱਚ ਦੇਖੋ ਜੀ ਬਹੁਤ ਵੱਡੀ ਪ੍ਰਾਪਤੀ ਹੈ ਅਸਦੁਦੀਨ ਓਵੈਸੀ ਵਾਸਤੇ ਕਿ 5 ਸੀਟਾਂ ਉਹਨਾਂ ਨੇ ਜਿੱਤ ਲਈਆਂ। ਬਿਲਕੁਲ। ਕਿਉਂਕਿ ਬਿਹਾਰ 'ਚ ਜਿਹੜਾ ਹੈ ਮੁਸਲਿਮ MY ਕੰਬੀਨੇਸ਼ਨ ਦੀ ਗੱਲ ਹੁੰਦੀ ਸੀ, ਮੁਸਲਿਮ ਤੇ ਯਾਦਵ, MY ਮੁਸਲਿਮ ਯਾਦਵ ਕੰਬੀਨੇਸ਼ਨ ਦੀ, ਤੇ MY ਜਿਹੜਾ ਸੀ ਉਹ ਹਮੇਸ਼ਾ ਰਾਸ਼ਟਰੀ ਜਨਤਾ ਦਲ ਦੇ ਨਾਲ ਤੁਰਦਾ ਸੀ। ਕਾਂਗਰਸ ਦੇ ਨਾਲ ਵੀ ਅੱਜ ਦੇਖੋ ਤੁਸੀਂ, ਕਾਂਗਰਸ ਨੂੰ ਵੋਟ ਪਾਉਣ ਦੀ ਬਜਾਏ ਕਾਂਗਰਸ ਦੀ ਕ੍ਰੈਡੀਬਿਲਿਟੀ ਕਿੰਨੀ ਲੋ ਹੈ ਕਿ ਉਹਨਾਂ ਨੇ AIMIM ਨੂੰ ਵੋਟਾਂ ਪਾਈਆਂ ਤੇ ਓਵੈਸੀ ਸਾਹਿਬ ਨੂੰ ਜਿਹੜੀਆਂ 5 ਸੀਟਾਂ ਦੇ ਦਿੱਤੀਆਂ। ਬਿਲਕੁਲ। ਤੇ ਓਵੈਸੀ ਸਾਹਿਬ ਦਾ ਇੱਕ ਆਪਣਾ ਬ੍ਰਾਂਡ ਆਫ ਪੋਲਿਟਿਕਸ ਹੈ ਉਹਨਾਂ ਦੀ। ਬਿਲਕੁਲ। ਉਹ ਕਰਦੇ ਰਹੇ ਆ, ਉਹ ਨੈਸ਼ਨਲਿਸਟਿਕ ਵੀ ਹੈ, ਉਹ ਮਾਈਨੋਰਿਟੀ ਰਾਈਟਸ ਨੂੰ ਲੈ ਕੇ ਲੜਦੇ ਵੀ ਹੈਗੇ
ਤੇ ਬਿਹਾਰ 'ਚ ਜਿਹੜੀਆਂ ਮਾਈਨੋਰਿਟੀਜ਼ ਦਾ ਬੜਾ ਬਹੁਤ ਸੀਟਾਂ ਜਿਨ੍ਹਾਂ ਤੇ ਦਬਦਬਾ ਹੈ ਤੇ ਉੱਥੇ ਉਹ ਉਹਨਾਂ ਨੇ ਕਾਮਯਾਬੀ ਹਾਸਲ ਕੀਤੀ ਆ। ਆਉਣ ਵਾਲੇ ਦਿਨਾਂ 'ਚ ਦੇਖੋ ਕਿ ਉਹ ਕੀ ਬਣਦਾ ਹੈ ਓਵੈਸੀ ਸਾਹਿਬ ਦਾ, ਪਰ 5 ਸੀਟਾਂ ਜਿੱਤਣੀਆਂ ਜਿਹੜਾ ਉਹ ਬਹੁਤ ਵੱਡੀ ਗੱਲ ਹੈ। ਦੂਸਰੀ ਗੱਲ ਇਹੀ ਆ ਜਾਂਦੀ ਹੈ ਵੀ ਇਸ ਪੂਰੇ ਬਿਹਾਰ ਦੀਆਂ ਚੋਣਾਂ ਦਾ, ਜੇ ਅਸੀਂ ਬਿਹਾਰ ਦੀਆਂ ਚੋਣਾਂ ਲਈਏ, ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਇੱਕ ਮੁਹਿੰਮ ਚੱਲੀ ਹੋਈ ਸੀ ਕਿਸਾਨਾਂ ਦੀ। ਕਿਸਾਨਾਂ ਦੇ ਕਰਕੇ, ਹਾਲਾਂਕਿ ਬਿਹਾਰ ਦੇ ਵਿੱਚ MSP ਉਸ ਚੀਜ਼ਾਂ ਤੇ ਲਾਗੂ ਨਹੀਂ ਹੈ, ਲੇਕਿਨ ਕਿਹਾ ਜਾਂਦਾ ਸੀ ਵੀ ਪੰਜਾਬ ਦੀ ਕਿਸਾਨੀ ਦਾ ਵੀ ਅਸਰ ਪਏਗਾ। ਇਹਦਾ ਮਤਲਬ ਪੰਜਾਬ ਦੀ ਜੋ ਕਿਸਾਨ ਸਟ੍ਰਾਈਕ ਤੇ ਸੀ, ਹਰਿਆਣੇ ਦੇ ਸਟ੍ਰਾਈਕ ਤੇ ਸੀ, ਉਹ ਅਸਰ ਜਿਹੜਾ ਹੈ ਉਹ ਕਿਤੇ ਚੋਣਾਂ ਦੇ ਵਿੱਚ ਦੇਖਣ ਨੂੰ ਨਹੀਂ ਮਿਲਿਆ। ਦੇਖੋ ਜੀ, ਜਿਸ ਮਾਹੌਲ 'ਚ ਇਲੈਕਸ਼ਨ ਹੋਏ, ਇੱਕ ਤੇ ਕਰੋਨਾ ਕਾਲ ਦੇ ਦੌਰਾਨ ਹੋਏ। ਬਿਲਕੁਲ। ਕਰੋਨਾ ਇੱਕ ਬਹੁਤ ਵੱਡਾ, ਕਰੋਨਾ ਨਾਲ ਸਰਕਾਰ ਕਿੱਦਾਂ ਲੜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਲਾਕਡਾਊਨ ਕੀਤਾ, ਲਾਕਡਾਊਨ 1 ਕੀਤਾ, 2 ਕੀਤਾ, ਫਿਰ ਅਨਲੌਕ ਕੀਤਾ। ਉਹ ਸਾਰੇ ਦੀ ਵੀ ਚਰਚਾ ਸੀ ਕਿ ਇਹ ਬੜਾ ਰਥਲੈਸ ਲਾਕਡਾਊਨ ਹੈ। ਬਿਹਾਰ ਦੇ ਲੋਕ ਕਿੱਦਾਂ ਇੱਥੋਂ ਮਾਈਗ੍ਰੇਟ ਕਰਕੇ ਗਏ, ਉਹਨਾਂ ਦੇ ਪੈਰਾਂ ਤੇ ਛਾਲੇ ਪੈ ਗਏ ਕਿ ਇਹ ਨਰਿੰਦਰ ਮੋਦੀ ਦੇ ਆ, ਜਿੱਦਾਂ ਨੇ ਉਹਨਾਂ ਨੇ ਪੈਂਡੇਮਿਕ ਨੂੰ ਕੀਤਾ, ਉਹਨਾਂ ਨੇ ਕੰਟਰੋਲ ਕੀਤਾ, ਜਿੱਦਾਂ ਉਹਦੇ ਨਾਲ ਲੜੇ, ਇਹ ਉਹਨਾਂ ਤੇ ਵੀ ਇੱਕ ਜਿਹੜਾ ਹੈ ਉਹ ਇੱਕ ਤਰ੍ਹਾਂ ਦਾ ਰੈਫਰੈਂਡਮ ਹੋਣਾ ਸੀ। ਬਿਲਕੁਲ। ਸੋ ਬਾਵਜੂਦ ਇਹਦੇ ਕਿ ਟੈਲੀਵਿਜ਼ਨ ਚੈਨਲਾਂ ਤੇ ਬੜੀਆਂ ਖਬਰਾਂ ਚੱਲੀਆਂ, ਬੜੀਆਂ ਅਸੀਂ ਪਿਕਚਰਸ ਦੇਖੀਆਂ, ਲੋਕ ਆਪਣੇ ਸਿਰਾਂ ਤੇ ਸਮਾਨ ਚੱਕੀ, ਬੱਚੇ ਚੱਕੀ, ਜ਼ਿਆਦਾਤਰ ਬਿਹਾਰੀ ਤੇ ਉੱਤਰ ਪ੍ਰਦੇਸ਼ ਦੇ ਸੀ। ਬਿਲਕੁਲ ਕਿਹਾ ਜਾ ਰਿਹਾ ਸੀ ਕਿ ਨਰਿੰਦਰ ਮੋਦੀ ਦਾ ਗ੍ਰਾਫ ਬਹੁਤ ਹੱਲਿਆ ਰਿਹਾ, ਪਰ ਲੋਕਾਂ ਨੇ ਨਰਿੰਦਰ ਮੋਦੀ ਨੂੰ ਜਿਹੜਾ ਹੈ ਉਹ ਫਤਵਾ ਦੇ ਕੇ ਇਹ ਸਾਬਤ ਕਰਤਾ ਕਿ ਉਹਨਾਂ ਦੇ ਜਿੱਦਾਂ ਉਹਨਾਂ ਨੇ ਕੋਵਿਡ ਨੂੰ ਹੈਂਡਲ ਕੀਤਾ, ਉਹ ਲੋਕ ਉਤੇ ਕਿਤੇ ਨਾ ਕਿਤੇ ਜਿਹੜਾ ਸੰਤੁਸ਼ਟ ਜਾਪਦੇ। ਹਾਲਾਂਕਿ ਫਤਵਾ ਇਹ ਬਹੁਤ ਇੱਕ ਸਾਈਡਰ ਨਹੀਂ ਅਸੀਂ ਕਹਿ ਸਕਦੇ, ਬੜਾ 3-4 ਸੀਟਾਂ ਦਾ ਫਰਕ ਹੈ, ਪਰ ਫਿਰ ਵੀ। ਤੇ ਦੂਜਾ ਸੀ ਕਿਸਾਨੀ ਦਾ ਮੁੱਦਾ, ਕਿ ਪੰਜਾਬ 'ਚੋਂ ਵੀ ਕਿਹਾ ਜਾ ਰਿਹਾ ਸੀ ਕਿ ਅਸੀਂ ਉੱਥੇ ਜਾਵਾਂਗੇ, ਪ੍ਰਚਾਰ ਕਰਾਂਗੇ। ਕਿਸੇ ਨੇ ਕੀਤਾ ਕਿ ਨਹੀਂ ਕੀਤਾ ਇਹ ਤਾਂ ਮੈਨੂੰ ਪਤਾ ਨਹੀਂ, ਪਰ ਫਿਰ ਵੀ ਕਿਸਾਨੀ ਦਾ ਮੁੱਦਾ ਜਿਹੜਾ ਹੈ ਉਹ ਨਰਿੰਦਰ ਮੋਦੀ ਨੇ ਜਿਹੜੇ ਸੋਸ਼ਲ ਉਹਨਾਂ ਦੇ ਕੰਮ ਨੇ, ਚਾਹੇ ਉਹ ਆਪਾਂ ਹੈਲਥ ਇੰਸ਼ੋਰੈਂਸ ਨੂੰ ਲੈ ਲਈਏ, ਚਾਹੇ ਉਹ ਜਨ ਧਨ ਖਾਤਿਆਂ ਨੂੰ ਲੈ ਲਈਏ, ਚਾਹੇ ਜਿਹੜਾ ਹੈ ਉਹ ਕ੍ਰਿਸ਼ੀ ਨਾਲ ਸੰਬੰਧਿਤ ਜਿਹੜਾ ਹਰੇਕ ਵਿਅਕਤੀ ਦੇ ਖਾਤਿਆਂ 'ਚ ਪੈਸੇ ਪਾ ਜਾਂਦੇ ਉਹਨਾਂ ਨੂੰ ਲੈ ਲਈਏ, ਕਿਤੇ ਨਾ ਕਿਤੇ ਲੋਕ ਜਿਹੜੇ ਹੈ ਉਹ ਇਹ ਮਹਿਸੂਸ ਕਰਦੇ ਨੇ ਕਿ ਕੋਈ ਸਾਡੇ ਲਈ ਕੁਝ ਕਰ ਰਿਹਾ, ਕੁਝ ਤਾਂ ਕਰ ਰਿਹਾ ਜੀ, ਕੁਝ ਤਾਂ ਸਾਡੇ ਲਈ ਕਰ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਰੋਸੇਯੋਗਤਾ ਜਿਹੜੀ ਹੈ, ਵਿਸ਼ਵਾਸਯੋਗਤਾ ਜਿਹੜੀ ਹੈ, ਉਹ ਤੇ ਅਜੇ ਤੱਕ ਕਿਸੇ ਕਿਸਮ ਦਾ ਆਪੋਜੀਸ਼ਨ ਟੈਂਟ ਮਾਰ ਨਹੀਂ ਸਕੀ। ਦੂਜੇ ਪਾਸੇ ਇਹ ਵੀ ਜਾਂਦਾ ਹੈ ਵੀ ਅਕਸਰ ਇਹ ਦੇਖਿਆ ਗਿਆ ਵੀ ਕੇਂਦਰ ਦੇ ਵਿੱਚ ਸਰਕਾਰ ਹੋਵੇ, ਰਾਜ ਦੇ ਵਿੱਚ ਸਰਕਾਰ ਹੋਵੇ, ਤਾਂ ਬਹੁਤ ਸਾਰੀਆਂ ਸਹੂਲਤਾਂ ਬੰਦ ਕਰ ਦਿੱਤੀਆਂ ਜਾਂਦੀਆਂ। ਪੰਜਾਬ ਜਿਸ ਤਰ੍ਹਾਂ ਕਹਿ ਰਿਹਾ ਹਮੇਸ਼ਾ ਵੀ ਸਾਡੇ ਨਾਲ ਮਤਰੇਆ ਜਿਹੜਾ ਹੈ ਉਹ ਸਲੀਕਾ ਕੀਤਾ ਜਾ ਰਿਹਾ ਹੈ, ਕੇਂਦਰ ਸਰਕਾਰ ਵੱਲੋਂ ਵਿਵਹਾਰ ਜਿਹੜਾ ਸਾਰਾ ਹੀ ਮਤਰੇਆ ਹੈਗਾ। ਇਸੇ ਤਰ੍ਹਾਂ ਕਿਤੇ ਨਾ ਕਿਤੇ ਸਟੇਟ ਲੈਵਲ ਦੇ ਉੱਤੇ ਇਹ ਹੁੰਦਾ ਹੀ ਹੈ ਵੀ ਜਦੋਂ ਕੇਂਦਰ ਦੇ ਵਿੱਚ ਹੋਰ ਸਰਕਾਰ ਹੋਵੇ ਤੇ ਸਟੇਟ ਦੇ ਵਿੱਚ ਹੋਰ ਹੋਵੇ ਤਾਂ ਮਤਰੇਆ ਸੁਭਾਅ ਬਣਨ ਦੀ ਆਸ ਰਹਿ ਜਾਂਦੀ ਹੈ। ਵੀ ਕਿਤੇ ਇਹੀ ਸੋਚ ਕੇ ਵੀ ਹਾਲੇ 4 ਸਾਲ 3.5-4 ਸਾਲ ਮੋਦੀ ਸਾਹਿਬ ਸਰਕਾਰ ਦੇ ਕੇਂਦਰ ਦੇ ਵਿੱਚ ਪਏ ਨੇ, ਇਹ ਵੀ ਕਿਤੇ ਨਾ ਕਿਤੇ ਫੈਕਟ ਪਿਆ ਵੀ ਲਓ ਹਲੇ 3.5 ਸਾਲ, ਕਿਉਂਕਿ 5 ਸਾਲ ਹੈ ਵੀ ਅਗਰ ਮੋਦੀ ਸਾਹਿਬ ਨੂੰ ਨਾਲ ਚੱਲੀਏ, ਬੀਜੇਪੀ ਨਾਲ ਚੱਲੀਏ। ਡਬਲ ਇੰਜਨ ਦੀ ਸਰਕਾਰ ਇਸੇ ਕਰਕੇ ਕਹਿੰਦੇ ਸੀ ਉਹ, ਹਾਂ ਡਬਲ ਇੰਜਨ ਦੀ ਸਰਕਾਰ, ਕਿ ਇੱਕ ਇੰਜਨ ਨਿਤਿਸ਼ ਕੁਮਾਰ ਹੋ ਜਾਏਗਾ, ਦੂਜਾ ਇੰਜਨ ਜਿਹੜਾ ਹੈ ਨਰਿੰਦਰ ਮੋਦੀ ਹੋ ਜਾਏਗਾ। ਨਹੀਂ ਤਾਂ ਇੱਕ ਇੰਜਨ ਨੂੰ ਖਿੱਚਣਾ ਪੈਣਾ ਸੀ ਤੇ ਹੁਣ ਜਿਹੜਾ ਹੈ ਬਹੁਤ ਸਾਰੀਆਂ ਸਹੂਲਤਾਂ ਬੰਦ ਹੋਣ ਦਾ ਖਦਸ਼ਾ ਸੀ ਬਿਹਾਰੀਆਂ ਦਾ ਜਿਹੜਾ ਕੀਤਾ ਹੈ। ਦੂਸਰੇ ਪਾਸੇ ਇੱਕ ਹੋਰ ਮੈਂ ਜਿਹੜੀ ਗੱਲ ਕੀਤੀ ਹੈ, ਬਹੁਤ ਸਾਰੇ ਅਸੀਂ ਅਖਬਾਰਾਂ 'ਚ ਪੜ੍ਹਦੇ ਰਹੇ ਹਾਂ, ਅੱਜ ਵੀ ਅਖਬਾਰਾਂ ਦੇ ਵਿੱਚ ਆਇਆ ਵੀ ਕਿਤੇ ਨਾ ਕਿਤੇ ਇਹ ਚੀਜ਼ ਵੀ ਉੱਭਰ ਕੇ ਆਈ ਹੈ ਵੀ ਇੱਕ ਪਾਸੇ 10 ਲੱਖ ਨੌਕਰੀਆਂ ਦਾ ਜਿਹੜਾ ਹੈ ਉਹ ਵਾਅਦਾ ਕੀਤਾ ਗਿਆ ਸੀ ਗੱਠਜੋੜ ਵੱਲੋਂ, ਦੂਜੇ ਪਾਸੇ ਜਿਹੜਾ ਫ੍ਰੀ ਵੈਕਸੀਨੇਸ਼ਨ ਵੀ ਤੁਹਾਨੂੰ ਕਰੋਨਾ ਦਾ ਮੁਫਤ ਟੀਕਾ ਦਿੱਤਾ ਜਾਏਗਾ। ਕਹਿੰਦੇ ਬਿਹਾਰੀ ਮੁਫਤ ਕਰੋਨਾ ਦੇ ਟੀਕੇ ਤੇ ਗਿਰ ਗਏ। ਦੇਖੋ ਜੀ, ਲੀਡਰਾਂ ਦੀ ਭਰੋਸੇਯੋਗਤਾ ਵਾਅਦਿਆਂ ਨੂੰ ਲੈ ਕੇ ਕਿੰਨੀ ਕੁ ਹੈ, ਲੋਕਾਂ ਨੂੰ ਸਭ ਦਾਵੜਾ ਸਭ ਪਤਾ ਹੁੰਦਾ ਕਿ ਜਦੋਂ ਤੁਸੀਂ ਇਲੈਕਸ਼ਨ ਤੋਂ ਪਹਿਲਾਂ ਚਾਹੇ ਕਿੱਡਾ ਮਰਜ਼ੀ ਨਾਅਰਾ ਲਾ ਦਿਓ, 10 ਲੱਖ ਦੀ ਚਾਹੇ 20 ਲੱਖ ਨੌਕਰੀਆਂ ਦਾ ਵਾਅਦਾ ਕਰ ਦਿਓ, ਲੋਕ ਉਹਨੂੰ ਜਿੱਦਾਂ ਅੰਗਰੇਜ਼ੀ 'ਚ ਕਹਿੰਦੇ ਦੇ ਟੇਕ ਇਟ ਐਟ ਪਿੰਚ ਆਫ ਸਾਲਟ, ਉਹ ਥੋੜ੍ਹਾ ਸ਼ੱਕ ਨਾਲ ਜ਼ਰੂਰ ਦੇਖਦੇ ਆ ਇੱਦਾਂ ਦੇ ਵਾਅਦਿਆਂ ਨੂੰ। ਸੋ ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਵੋਟਾਂ ਤੋਂ ਪਹਿਲਾਂ ਵਾਅਦਾ ਕਰ ਦਿਓ ਤੇ ਲੋਕ ਤੁਹਾਡੇ ਵਾਅਦੇ ਨੂੰ 100% ਯਕੀਨੀ ਤੌਰ ਤੇ ਮੰਨ ਕੇ ਵੋਟ ਪਾ ਦੇਣ। ਵੋਟ ਪਾਉਣ ਦਾ ਵੋਟਿੰਗ ਬਿਹੇਵੀਅਰ ਜਿਹੜਾ ਹੈ ਉਹ ਬੜਾ ਕੰਪਲੀਕੇਟਡ ਹੈ। ਲੋਕ ਤੁਹਾਡੀ ਪਿਛਲੀ ਕ੍ਰੈਡੀਬਿਲਿਟੀ ਵੀ ਦੇਖਦੇ ਆ, ਤੁਹਾਡੇ ਪਿਛਲੇ ਕੀਤੇ ਕੰਮ ਵੀ ਦੇਖਦੇ ਆ, ਤੁਹਾਡੀ ਲੀਡਰਸ਼ਿਪ ਕੁਆਲਿਟੀਜ਼ ਦੇਖਦੇ ਆ, ਬੜੀਆਂ ਚੀਜ਼ਾਂ ਜਿਹਦੇ ਤੇ ਲੋਕ ਵੋਟ ਪਾਉਂਦੇ। ਕੇਵਲ ਵਾਅਦਿਆਂ ਦੇ ਆਧਾਰ ਤੇ ਅੱਜ ਕੱਲ੍ਹ ਵੋਟਾਂ ਨਹੀਂ ਪੈਂਦੀਆਂ, ਕਿਉਂਕਿ ਵਾਅਦੇ ਸਾਰਿਆਂ ਨੂੰ ਪਤਾ ਕਿ ਵਫਾ ਕਰਨ ਲਈ ਭਾਰਤੀ ਰਾਜਨੀਤੀ 'ਚ ਹੁੰਦੇ ਨੇ। ਇੱਕ ਮੈਂ ਹੋਰ ਗੱਲ ਕਰਦਾ, ਅੱਜ ਹਰ ਜਗ੍ਹਾ ਦੇ ਉੱਤੇ ਅਸੀਂ ਜਾਂਦੇ ਹਾਂ, ਕਿਤੇ ਨਾ ਕਿਤੇ ਚਪੜਾਸੀ ਵੀ ਕਿਸੇ ਨੇ ਰੱਖਣਾ ਹੁੰਦਾ ਹੈ ਨਾ, ਤਾਂ ਉਹ ਵੀ ਕਹਿੰਦੇ ਨੇ ਘੱਟੋ ਘੱਟ ਉਸ ਦੀ ਯੋਗਤਾ +2 ਹੋਵੇ ਤਾਂ ਉਸ ਨੂੰ ਦਫ਼ਤਰ ਦੇ ਵਿੱਚ ਚਪੜਾਸੀ ਰੱਖਿਆ ਜਾਏਗਾ। ਤੇਜਸਵੀ ਯਾਦਵ, ਪਹਿਲੇ ਚਲੋ ਅਸੀਂ ਉਹਨਾਂ ਨੂੰ ਭੁੱਲ ਜਾਂਦੇ ਹਾਂ ਵੀ ਰਾਬੜੀ ਕੀ ਪੜ੍ਹੇ ਹੋਏ ਸੀਗੇ ਜਾਂ ਲਾਲੂ ਪ੍ਰਸਾਦ ਯਾਦਵ ਕੀ ਪੜ੍ਹੇ ਹੋਏ ਸੀਗੇ। ਮੈਂ ਗੱਲ ਕਰਦਾ ਤੇਜਸਵੀ ਯਾਦਵ, ਅਗਰ ਇਹ ਦੂਸਰੀ ਗੱਠਜੋੜ ਜਿੱਤ ਜਾਂਦਾ ਤਾਂ ਮੁੱਖ ਮੰਤਰੀ ਦੇ ਪਦ ਦੇ ਹੱਕਦਾਰ ਸੀ, ਪੂਰੀ ਤਰ੍ਹਾਂ ਉਹਨਾਂ ਨੂੰ ਸੀ ਵੀ ਉਮੀਦ, ਲੇਕਿਨ 10ਵੀਂ ਤਾਂ ਉਹ ਪਾਸ ਨਹੀਂ ਹੈ। ਕਿਤੇ ਨਾ ਕਿਤੇ ਇਹ ਚੀਜ਼ ਵੀ ਆਉਂਦੀ ਹੈ ਵੀ ਯਾਰ ਕਮਾਲ ਹੈ, ਕੋਈ ਬੰਦਾ ਇਹੋ ਜਿਹਾ ਤਾਂ ਚੁਣਨਾ ਹੀ ਚਾਹੀਦਾ ਨਾ ਜਿਹੜਾ ਘੱਟੋ ਘੱਟ ਗ੍ਰੈਜੂਏਟ ਤਾਂ ਹੋਵੇ।
ਦੇਖੋ ਭਾਰਤ ਦਾ ਜੋ ਜਿੱਦਾਂ ਦੀ ਲੋਕਾਂ ਦਾ ਲਿਟਰੇਸੀ ਲੈਵਲ ਹੈ, ਭਾਵੇਂ ਉਹ ਘੱਟ ਹੈ ਭਾਵੇਂ ਉਹ ਵੱਧ ਹੈ, ਪਰ ਲੋਕ ਜੇ ਅਨਪੜ੍ਹ ਵੀ ਹੈ ਉਹ ਚਾਹੁੰਦਾ ਇਹ ਹੈ ਕਿ ਮੇਰੇ ਬੱਚੇ ਚੰਗੇ ਸਕੂਲਾਂ 'ਚ ਪੜ੍ਹਨ, ਉਹ ਚੰਗੀਆਂ ਨੌਕਰੀਆਂ ਕਰਨ। ਬਿਲਕੁਲ। ਤੇ ਉਹ ਲੀਡਰਸ਼ਿਪ ਨੂੰ ਇਹ ਚਾਹੁੰਦਾ ਹੈ ਕਿ ਉਹਦੀ ਘੱਟੋ ਘੱਟ ਕੁਝ ਨਾ ਕੁਝ ਯੋਗਤਾ ਜਿਹੜੀ ਹੈ, ਚਾਹੇ ਕ੍ਰੈਡੀਬਿਲਿਟੀ ਦੇ ਹਿਸਾਬ ਨਾਲ ਲਾ ਲਓ, ਚਾਹੇ ਉਹਨੂੰ ਤੁਸੀਂ ਅਕੈਡਮਿਕ ਯੋਗਤਾ ਲਾ ਲਓ, ਉਹ ਜ਼ਰੂਰ ਪਰਖਦਾ ਤਾਂ ਹੈਗਾ ਕਿ ਤੁਹਾਡੀ ਜਿਹੜੀ ਹੈ ਯੋਗਤਾ ਕਿਸੇ ਨਾ ਕਿਸੇ ਲੈਵਲ ਤੇ ਪਰਖੀ ਜਾਂਦੀ ਹੈ। ਪਰ ਹੁਣ ਇਹ ਅਸੀਂ ਜੇ ਕਹੀਏ ਕਿ ਜਿਹੜਾ ਸਾਡੇ ਲੀਡਰਸ਼ਿਪ ਹੈ ਉਹ ਵੈਲ ਕੁਆਲੀਫਾਈਡ ਹੀ ਹੋਣੀ ਚਾਹੀਦੀ, ਇਹ ਕੋਈ ਜ਼ਰੂਰੀ ਨਹੀਂ, ਕਿਉਂਕਿ ਭਾਰਤੀ ਰਾਜਨੀਤੀ ਦਾ ਜੋ ਕਰੈਕਟਰ ਹੈ ਉਹ ਇੱਕ ਤਰ੍ਹਾਂ ਦਾ ਅਸੀਂ ਸੇਵਾ ਦਾ ਕਰੈਕਟਰ ਕਹਿੰਦੇ ਹਾਂ ਕਿ ਤੁਸੀਂ ਲੋਕਾਂ 'ਚ ਕਿੰਨਾ ਕੁ ਵਿਚਰਦੇ ਹੋ, ਲੋਕਾਂ ਦੇ ਕੰਮ ਕਿੰਨੇ ਕੁ ਕਰਦੇ ਹੋ, ਲੋਕਾਂ ਦੀ ਨਬਜ਼ ਕਿੰਨੀ ਕੁ ਸਮਝਦੇ ਹੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਦਾਂ ਲੋਕਾਂ ਦੀ ਨਬਜ਼ ਪਛਾਣਦੇ ਆ, ਗਾਂਧੀ ਜੀ ਨਬਜ਼ ਪਛਾਣਦੇ ਸੀ, ਇੱਦਾਂ ਦੇ ਬਹੁਤ ਲੋਕ ਆ ਜਿਹੜੇ ਬਾਵਜੂਦ ਕਿ ਉਹਨਾਂ ਦੇ ਕੋਲ ਅਕੈਡਮਿਕ ਕੁਆਲੀਫਿਕੇਸ਼ਨ ਨਹੀਂ ਹੁੰਦੀ, ਲੋਕਾਂ ਦੀ ਨਬਜ਼ ਜਿਹੜੀ ਹੈ ਉਹ ਪਛਾਣ ਲੈਂਦੇ। ਸੋ ਇੱਦਾਂ ਦੇ ਲੀਡਰਾਂ ਦੀ ਭਾਰਤੀ ਰਾਜਨੀਤੀ ਨੂੰ ਜ਼ਰੂਰਤ ਹੈ। ਤੇਜਸਵੀ ਯਾਦਵ ਇੱਕ ਬਹੁਤ ਓਪੋਜੀਸ਼ਨ ਦੇ ਇੱਕ ਦੇਖ ਲਿਓ ਤੁਸੀਂ ਆਉਣ ਵਾਲੇ ਸਮੇਂ 'ਚ ਇੱਕ ਸੈਂਟਰ ਸਟੇਜ ਤੇ ਹੋਣਗੇ, ਉਹ ਇੱਕ ਲੀਡਰ ਦੇ ਤੌਰ ਤੇ ਉੱਭਰੇ ਹੈ। ਬਾਵਜੂਦ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੀ ਸਾਰੀ ਮਸ਼ੀਨਰੀ, ਸਾਰੇ ਮੰਤਰੀ ਮੰਡਲ ਲੱਗੇ ਹੋਏ ਸੀ, ਉਹਨਾਂ ਨੇ ਸਿੰਗਲ ਹੈਂਡਡਲੀ ਜਿਹੜਾ ਸਾਰਾ ਕੰਪੇਨ ਚਲਾਇਆ ਹੈ ਤੇ ਇੱਕ ਬਹੁਤ ਚੰਗੀ ਟੱਕਰ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਨੂੰ, ਉਹਨਾਂ ਦੇ ਕੇਡਰ ਨੂੰ, ਜਿਹੜਾ ਕਿ ਐਡਾ ਸੈਟਅਪ ਹੈ, ਐਡਾ ਆਰਗੇਨਾਈਜੇਸ਼ਨ ਸਟਰਕਚਰ ਹੈ, ਉਹਨੂੰ ਇੱਕ ਦਿੱਤੀ ਹੈ ਆਪਣੇ ਤੌਰ ਤੇ। ਜਦੋਂ ਕਿ ਉਹਨਾਂ ਦਾ ਬਾਪ ਜੇਲ੍ਹ 'ਚ ਹੈ, ਉਹਨਾਂ ਤੇ ਬਹੁਤ ਸਾਰੇ ਐਲੀਗੇਸ਼ਨਸ ਨੇ ਤੇ ਉਹਨਾਂ ਦੀ ਉਮਰ ਵੀ ਅਜੇ ਘੱਟ ਹੈ। ਆਉਣ ਵਾਲੇ ਸਮੇਂ 'ਚ ਉਹ ਇੱਕ ਆਪੋਜੀਸ਼ਨ ਦੇ ਰੈਲਿੰਗ ਪੁਆਇੰਟ ਜਿਹੜਾ ਜ਼ਰੂਰ ਹੋ ਸਕਦੇ ਆ। आने वाला समा की होगा ये तो आने वाला समा ही दसेगा, लेकिन दिल को बहलाने के लिए गालिब ख्याल अच्छा है, हले ख्याल ही अच्छा है भी एक पासे पूरी मशीनरी लगी हुई सी ते दूजे पासे सिंगल हैडेड जिहड़े सी वो तेजस्वी यादव लगे हुए सी। लेकिन फिर भी इस दे बावजूद प्रधानमंत्री ते नीतीश कुमार जिहड़े मौके दे मुख मंत्री सी उन्हां नूं अगर नैक टू नैक टक्कर दित्ती है तो उस दे विच काफ़ी कामयाब होए ने। हाँ, थोड़ी जिहियां सीटां दे विच बेशक वो लैन दे विच कामयाब नहीं हो सके ते उन्हां कोलों इह डॉक्टर साहब मैं एक गल होर ऐड कर ਦਿਆਂ कि ਜੇ ਆਪੋਜੀਸ਼ਨ ਨਾਲ ਲੜਾਈ ਲੜਨੀ ਹੈ, ਜੇ ਆਉਣ ਵਾਲੇ ਸਮੇਂ 'ਚ 2024 ਉਹਨਾਂ ਨੇ ਲੜਨਾ ਹੈ ਤਾਂ ਉਹਨਾਂ ਨੂੰ ਇਕੱਠੇ ਤੇ ਹੋਣਾ ਪੈਣਾ। ਉਹਨਾਂ ਨੂੰ ਆਪਣੀ ਸਟ੍ਰੈਟਜੀ ਜਿਹੜੀ ਆ ਉਹ ਮੁੜ ਤੇ ਵਿਚਾਰਨੀ ਚਾਹੀਦੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜੇ ਤੁਸੀਂ ਵਿਅਕਤੀਗਤ ਹਮਲੇ ਕਰੋਗੇ ਉਹ ਉਹਨਾਂ ਤੇ ਕਿਤੇ ਚਿਪਕਦੇ ਨਹੀਂ ਹੈ ਕਿ ਤੁਸੀਂ 10 ਲੱਖ ਦਾ ਸੂਟ ਪਾ ਲਿਆ ਜੀ, ਤੁਸੀਂ ਜੀ ਵਿਦੇਸ਼ ਯਾਤਰਾਵਾਂ ਇੰਨੇ ਦੇਸ਼ਾਂ ਦੀਆਂ ਕਰ ਲਈਆਂ ਜੀ। ਆਪਣੀ ਸਟ੍ਰੈਟਜੀ ਨੂੰ ਤੁਹਾਨੂੰ ਆਈਡੀਓਲੋਜੀਕਲ ਟਿੰਟ ਦੇਣਾ ਪੈਣਾ। ਤੁਸੀਂ ਉਹਨੂੰ ਵਿਅਕਤੀਗਤ ਹਮਲੇ ਕਰਕੇ ਉਹਨਾਂ ਦੇ ਪਰਿਵਾਰਕ ਮਸਲਿਆਂ ਨੂੰ ਲੈ ਕੇ, ਉਹਨਾਂ ਦੇ ਆਪਣੇ ਘਰਦਿਆਂ ਨਾਲ, ਆਪਣੀ ਪਤਨੀ ਨਾਲ, ਆਪਣੀ ਮਾਂ ਦੇ ਨਾਲ ਕਿੱਦਾਂ ਦੇ ਸੰਬੰਧ ਹੈ, ਇੱਦਾਂ ਦੇ ਰਿਲੇਸ਼ਨਸ਼ਿਪ ਨੂੰ ਲੈ ਕੇ ਜੇ ਤੁਸੀਂ ਉਹਨਾਂ ਤੇ ਸਟ੍ਰਾਈਕ ਕਰੋਗੇ ਉਹ ਕਿਤੇ ਨਾ ਕਿਤੇ ਬੂਮਰੈਂਗ ਕਰਦਾ ਹੈ, ਉਹ ਬੈਕਫਾਇਰ ਕਰਦਾ ਕਿਤੇ ਨਾ ਕਿਤੇ। ਸੋ ਇਹ ਆਪੋਜੀਸ਼ਨ ਨੂੰ ਸੋਚਣਾ ਪੈਣਾ। ਬਿਲਕੁਲ, ਬਹੁਤ ਕੁਝ ਸੋਚਣ ਨੂੰ ਹੈ, ਵਿਚਾਰਨ ਨੂੰ ਹੈ, ਔਰ ਬੈਠਕਾਂ ਹੋਣਗੀਆਂ। ਬੱਚਿਆਂ ਦੀ ਲੜਾਈ ਨਹੀਂ ਲੜ ਸਕਦੇ, ਬੈਠਕਾਂ ਹੋਣਗੀਆਂ ਵੀ ਇਸ ਬਾਰੇ ਪੂਰਾ ਕੁਝ ਸੋਚਿਆ ਵੀ ਬੜਾ ਐਸਟਿਊਟ ਪੋਲੀਟੀਸ਼ੀਅਨ ਹੈ, ਬੜਾ ਚਲਾਕ, ਬੜਾ ਚੁਸਤ ਪੋਲੀਟੀਸ਼ੀਅਨ ਹੈ। ਤੁਸੀਂ ਇਦਾਂ ਦੇ ਮਸਲਿਆਂ ਨਾਲ ਤੇ ਲੜ ਨਹੀਂ ਸਕਦੇ। ਨਹੀਂ, ਕਦੀ ਕਹਿੰਦੇ ਸੀਗੇ ਜ਼ਮਾਨਾ ਸੀ ਐਟਮ ਬੰਬ ਦਾ, ਵੀ ਐਟਮ ਪਾਵਰ ਸੀ ਉਸ ਲਈ, ਜਿਹਦੇ ਕੋਲ ਐਟਮ ਪਾਵਰ ਸੀ ਉਹ ਜਿਹੜਾ ਹੈ ਬੜਾ ਵੱਡਾ ਸ਼ਹਿਨਸ਼ਾਹ ਬਣ ਗਿਆ। ਫਿਰ ਜ਼ਮਾਨਾ ਆ ਗਿਆ ਵੀ ਨਹੀਂ, ਕੁਆਲੀਫਿਕੇਸ਼ਨ ਜਿਹੜਾ ਹੈ ਉਹ ਬੜੀ ਵੱਡੀ ਚੀਜ਼ ਹੈਗੀ ਹੈ, ਵੀ ਕੁਆਲੀਫਿਕੇਸ਼ਨ ਜਿਹਦੇ ਕੋਲ ਸਟਰੋਂਗਲੀ ਹੋਏਗੀ ਬਹੁਤ ਹੋਏਗੀ। ਲੇਕਿਨ ਮੈਂ ਸਮਝਦਾ ਅੱਜ ਦਾ ਜ਼ਮਾਨਾ ਜਿਹੜਾ ਹੈ ਉਹ ਵੌਇਸ ਪਾਵਰ ਦਾ ਹੈ। ਜਿਸ ਬੰਦੇ ਕੋਲ ਵੌਇਸ ਹੈਗੀ ਆ ਉਹ ਪਾਵਰਫੁਲ ਬੰਦਾ ਹੈ। ਔਰ ਅੱਜ ਦੀ ਤਾਰੀਖ ਦੇ ਵਿੱਚ ਮੈਂ ਸਮਝਦਾ ਜਿੰਨੇ ਵੀ ਰਾਜਨੇਤਾ ਹੈਗੇ ਨੇ ਉਹ ਮੋਦੀ ਸਾਹਿਬ ਜਿੰਨੀ ਵੌਇਸ ਪਾਵਰ ਨਹੀਂ ਰੱਖਦੇ। ਅਗਰ ਸਭ ਤੋਂ ਜ਼ਿਆਦਾ ਵੌਇਸ ਪਾਵਰ ਵੀ ਹੈਗੀ ਹੈ ਤਾਂ ਮੋਦੀ ਸਾਹਿਬ। ਬਿਲਕੁਲ, ਮਾਸ ਕਮਿਊਨੀਕੇਸ਼ਨ 'ਚ ਜਿੱਦਾਂ ਲੋਕਾਂ ਨਾਲ ਕਮਿਊਨੀਕੇਟ ਕਰਦੇ ਉੱਦਾਂ ਦਾ ਉਹਨਾਂ ਦਾ ਅਜੇ ਤੱਕ ਜਿਹੜਾ ਹੈ ਕੋਈ ਮੁਕਾਬਲਾ ਭਾਰਤੀ ਰਾਜਨੀਤੀ ਹੈ ਨਹੀਂ। ਸੋ ਦੋਸਤੋ, ਇਹ ਬਿਹਾਰ ਦੀ ਰਾਜਨੀਤੀ ਤੇ ਬਹੁਤ ਕੁਝ ਹਲੇ ਗੱਲਾਂ ਕੀਤੀਆਂ ਜਾ ਸਕਦੀਆਂ ਤੇ ਗੱਲਾਂ ਕਰਾਂਗੇ ਵੀ ਅਸੀਂ, ਕਿਉਂਕਿ ਸਮੇਂ ਦੇ ਵਿੱਚ ਹਲੇ ਬਹੁਤ ਕੁਝ ਹੋ ਸਕਦਾ ਹੈ। ਇੱਕ ਖਦਸ਼ਾ ਵੀ ਬਣਿਆ ਵੀ ਜੇ ਕਿਤੇ ਬੀਜੇਪੀ ਵਾਲੇ ਅੜ ਗਏ ਔਰ ਉਹਨਾਂ ਨੇ ਕਿਹਾ ਵੀ ਨਹੀਂ ਅਸੀਂ ਤਾਂ ਮੁੱਖ ਮੰਤਰੀ ਆਪਣਾ ਹੀ ਬਣਾਉਣਾ ਹੈ, ਤਾਂ ਇਹ ਵੀ ਕਿਹਾ ਜਾਂਦਾ ਨੀਤੀਸ਼ ਕੁਮਾਰ ਜੀ ਆਪਣਾ ਫੱਟੀ ਬਿਸਤਰਾ ਚੱਕ ਕੇ ਕਿਤੇ ਹੋਰ ਜਾ ਸਕਦੇ। ਕਾਂਗਰਸ ਜਿਸ ਤਰ੍ਹਾਂ ਮਹਾਰਾਸ਼ਟਰ ਦੇ ਵਿੱਚ ਹੋਇਆ, ਕਾਂਗਰਸ ਉਹਨਾਂ ਨੂੰ ਸਪੋਰਟ ਦੇ ਕੇ, ਆਰਜੇਡੀ ਸਪੋਰਟ ਦੇ ਕੇ ਉਹਨਾਂ ਨੂੰ ਮੁੱਖ ਮੰਤਰੀ ਬਣਾ ਸਕਦੀ ਹੈ। ਕੱਲ ਦਾ ਰਾਜਨੀਤੀ ਵਿੱਚ ਕੋਈ ਭਰੋਸਾ ਨਹੀਂ ਹੈ ਦਾਵੜਾ ਸਾਹਿਬ ਕਿ ਨੀਤੀਸ਼ ਕੁਮਾਰ ਨੂੰ ਅੱਜ ਨਹੀਂ ਕੱਲ ਨਹੀਂ ਪਰਸੋਂ ਜਾਣਾ ਪੈਣਾ। ਹਾਂ, ਜਾਣਾ ਹੀ ਪੈਣਾ। ਲੇਕਿਨ 5 ਸਾਲਾਂ ਮੈਂ ਇਹ ਭਵਿੱਖਬਾਣੀ ਕਰਨੀ ਵੈਸੇ ਸਿਆਸੀ ਤੌਰ ਤੇ ਕਈ ਵਾਰ ਗਲਤ ਵੀ ਹੋ ਜਾਂਦੀ, ਸਹੀ ਵੀ ਨਹੀਂ ਹੋ ਸਕਦੀ, ਪਰ 5 ਸਾਲ ਨੀਤੀਸ਼ ਕੁਮਾਰ ਪੂਰੇ ਨਹੀਂ ਕਰਨਗੇ। ਉਹ ਤੋਂ ਪਹਿਲਾਂ ਉਹਨਾਂ ਨੂੰ ਰੁਖਸਤ ਹੋਣਾ ਪੈਣਾ, ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਅਗਲਾ ਇਲੈਕਸ਼ਨ ਅੱਜ ਤੋਂ ਹੀ ਸੋਚਣ ਲੱਗ ਪੈਂਦੇ। ਭਾਰਤੀ ਜਨਤਾ ਪਾਰਟੀ ਦੀ ਸਿਫਤ ਹੈ ਕਿ ਅੱਜ ਆਖਰੀ ਬਟਨ ਦੱਬਿਆ ਗਿਆ, ਅਗਲੇ ਇਲੈਕਸ਼ਨ ਬਾਰੇ ਸੋਚਣ ਲੱਗ ਪੈਂਦੇ। ਉਹਨਾਂ ਨੂੰ ਪਤਾ ਕਿ 2025 ਜਦ ਅਸੀਂ ਲੜਨਾ ਤਾਂ ਉਹ ਕਿਹਦੇ ਸਿਰ ਤੇ ਲੜਨਾ, ਨੀਤੀਸ਼ ਕੁਮਾਰ ਨੇ ਤਾਂ ਹੋਣਾ ਨਹੀਂ।
ਉਹਨਾਂ ਨੂੰ ਨੈਕਸਟ ਲੀਡਰਸ਼ਿਪ ਇੰਸਟਾਲ ਕਰਨੀ ਪੈਣੀ। ਚਲੋ ਇਸੇ ਗੱਲ ਦੇ ਨਾਲ ਅੱਗੇ ਵਧਾਉਂਦੇ ਹੋਏ ਮੈਂ ਗੱਲ ਕਰਦਾ ਵੀ ਬਿਹਾਰ ਦੀ ਰਾਜਨੀਤੀ ਦਾ ਪੰਜਾਬ ਦੀ ਰਾਜਨੀਤੀ ਤੇ ਅਸਰ, ਕਿਉਂਕਿ ਪੰਜਾਬ ਦੇ ਪਹਿਲੇ ਹੀ ਭਾਰਤੀ ਜਨਤਾ ਪਾਰਟੀ ਵਾਲੇ ਕਹਿ ਚੁੱਕੇ ਆ ਵੀ ਅਸੀਂ 117 ਦੀਆਂ 117 ਸੀਟਾਂ ਤੇ ਆਪਣਾ ਅਗਲਾ ਚੁਣਾਵ ਜਿਹੜਾ ਹੈਗਾ ਉਹ 1.5 ਸਾਲ ਬਾਅਦ ਹੈਗਾ, ਉਹ ਅਸੀਂ ਆਪ ਲੜਾਂਗੇ। ਉਸ ਬਿਹਾਰ ਦੀ ਰਾਜਨੀਤੀ ਦਾ ਕਿਤੇ ਨਾ ਕਿਤੇ ਇੱਥੇ ਅਸਰ ਹੋਏਗਾ। ਹੁਣ ਇਹਨਾਂ ਦੇ ਹੌਸਲੇ ਹੋਰ ਵਧਣਗੇ ਵੀ ਜਿਸ ਤਰ੍ਹਾਂ ਅਸੀਂ ਉੱਥੇ ਮੋਦੀ ਸਾਹਿਬ ਦੇ ਨਾਂ ਦੇ ਉੱਤੇ ਇੰਨੀਆਂ ਸੀਟਾਂ ਲੈ ਗਏ ਹਾਂ ਤੇ ਅਸੀਂ ਪੰਜਾਬ ਦੇ ਵਿੱਚ ਵੀ ਸੀਟਾਂ ਬਹੁਤ ਜਾ ਕੇ ਸਰਕਾਰ ਬਣਾ ਸਕਦੇ ਹਾਂ। ਇਹ ਗੱਲ ਤੁਹਾਡੀ ਠੀਕ ਹੈ ਕਿ ਰਾਜਨੀਤੀ ਤੇ ਪ੍ਰਭਾਵ ਬਹੁਤ ਪੈਣਾ, ਕੇਡਰ ਨੇ ਉਤਸ਼ਾਹਿਤ ਹੋਣਾ, ਨੰਬਰ 1 ਜੀ। ਨੰਬਰ 2, ਭਾਰਤੀ ਜਨਤਾ ਪਾਰਟੀ ਸ਼ੁਰੂ ਤੋਂ ਕਹਿੰਦੀ ਰਹੀ ਹੈ ਕਿ ਅਸੀਂ ਜਿਹੜਾ ਹੈ ਪੰਜਾਬ 'ਚ ਸੋਲੋ ਇਕੱਲੇ ਲੜਾਂਗੇ, 117 ਦੀਆਂ 117 ਸੀਟਾਂ ਅਸੀਂ ਇਕੱਲਿਆਂ ਨਾਲ ਲੜਨੀਆਂ। ਪਰ ਆ ਕਿਸਾਨੀ ਮੁੱਦੇ ਕਰਕੇ ਥੋੜ੍ਹਾ ਜਿਹਾ ਉਹ ਬੈਕਫੁੱਟ ਤੇ ਆਏ ਸੀ ਅਕਾਲੀ ਦਲ ਦੇ ਚਲੇ ਜਾਣ ਤੋਂ ਬਾਅਦ। ਜਿੱਦਾਂ ਦਾ ਪ੍ਰਚਾਰ ਹੋਇਆ ਕਿ ਇਹ ਸਾਰੇ ਬਿੱਲ ਜਿਹੜੇ ਨੇ ਉਹ ਕਿਸਾਨਾਂ ਦੇ ਖਿਲਾਫ ਨੇ, ਉਹਦੇ 'ਤੇ ਥੋੜ੍ਹਾ ਬੈਕਫੁੱਟ ਸੀ। ਪਰ ਇਹਨਾਂ ਇਲੈਕਸ਼ਨਾਂ ਨਾਲ ਉਹਨਾਂ ਨੂੰ ਜ਼ਰੂਰ ਬਲ ਮਿਲੇਗਾ, ਕਿਉਂਕਿ ਹੁਣ ਕੇਂਦਰ ਦੀ ਲੀਡਰਸ਼ਿਪ ਵੀ ਉੱਧਰੋਂ ਵਿਹਲੀ ਹੋ ਗਈ ਹੈ ਅਤੇ ਮੈਨੂੰ ਲੱਗਦਾ ਕਿ ਪੰਜਾਬ ਵੱਲ ਧਿਆਨ ਜਿਹੜਾ ਹੈ ਉਹ ਜ਼ਰੂਰ ਫੋਕਸ ਕਰਨਗੇ। ਸੁਰਜੀਤ ਕੁਮਾਰ ਜਿਆਣੀ ਜੀ ਗਏ ਸੀ, ਅਖਬਾਰਾਂ 'ਚ ਖਬਰਾਂ ਸੀ ਕਿ ਉਹਨਾਂ ਨੇ ਰਾਜਨਾਥ ਸਿੰਘ ਨਾਲ ਗੱਲ ਕਰਵਾਈ ਹੈ ਅਤੇ 13 ਤਰੀਕ ਨੂੰ ਮੀਟਿੰਗ ਵੀ ਫਿਕਸ ਕੀਤੀ ਹੈ ਕਿ ਪਿਊਸ਼ ਗੋਇਲ ਜੀ ਨਾਲ ਅਤੇ ਰਾਜਨਾਥ ਸਿੰਘ ਨਾਲ ਜਿਹੜੇ ਕਿਸਾਨ ਜਥੇਬੰਦੀਆਂ ਨੂੰ ਸੱਦਾ ਪੱਤਰ ਆ ਗਿਆ, ਉਹਨਾਂ ਦੀ ਮੀਟਿੰਗ ਹੋਏਗੀ। ਸੋ ਭਾਰਤੀ ਜਨਤਾ ਪਾਰਟੀ ਜ਼ਰੂਰ ਆਉਣ ਵਾਲੇ ਦਿਨਾਂ 'ਚ ਇੱਥੇ ਪੰਜਾਬ 'ਚ ਜਿਹੜਾ ਹੈ ਆਪਣਾ ਫੋਕਸ ਕਰਨਗੇ, ਕਿਉਂਕਿ ਇਹ ਵੀ ਇੱਕ ਵੱਡੀ ਸਟੇਟ ਹੈ। ਬਿਲਕੁਲ, ਹਾਂਜੀ। 13 ਸੀਟਾਂ ਗਈਆਂ ਇੱਥੇ। ਅਤੇ ਅੱਜ ਦੀ ਮੇਰੇ ਖਬਰਾਂ ਹੁਣ ਨੇ ਕਿ ਜਿਹੜੀ ਕਿਸਾਨ ਯੂਨੀਅਨ ਨੇ ਮੀਟਿੰਗ ਰੱਖੀ ਸੀ ਅੱਜ ਚੰਡੀਗੜ੍ਹ ਕਿ ਅਸੀਂ ਪ੍ਰਧਾਨ ਜਿਹੜੀ ਗੱਲਬਾਤ ਕਰਨੀ ਹੈ ਕੇਂਦਰੀ ਮੰਤਰੀਆਂ ਨਾਲ, ਉਹ ਕਿਵੇਂ ਕਰਨੀ ਹੈ, ਉਹਦੇ 'ਚ ਕੀ ਮੁੱਦੇ ਹੋਣੇ ਚਾਹੀਦੇ, ਉਹ ਅੱਜ ਵਾਸਤੇ ਮੀਟਿੰਗ ਰੱਖੀ ਸੀ, ਉਹ ਮੁਲਤਵੀ ਕਰ ਦਿੱਤੀ ਹੈ ਕੱਲ੍ਹ ਵਾਸਤੇ। ਪਰ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਜਿਹੜਾ ਹੈ ਉਹ ਕੋਈ ਨਾ ਕੋਈ ਦੀਵਾਲੀ ਦਾ ਤੋਹਫਾ ਭਾਰਤੀ ਜਨਤਾ ਪਾਰਟੀ ਦੀ ਲੋਕਲ ਲੀਡਰਸ਼ਿਪ ਪੰਜਾਬ ਦੀ ਦਿੱਲੀ ਤੋਂ ਲੈ ਕੇ ਆਉਣਗੀ, ਤਾਂ ਕਿ ਆਉਣ ਵਾਲੇ 2022 'ਚ ਥੋੜ੍ਹੇ ਕਿਤੇ ਨਾ ਕਿਤੇ ਖੜਨ ਜੋਗੇ ਜਿਹੜੇ ਹੋ ਸਕਣ ਭਾਰਤ। ਚੱਲ ਹੁਣ ਗੱਲ ਚੱਲਦੀ ਹੈ ਤੇ ਚੱਲਦੀ ਗੱਲ ਦੇ ਵਿੱਚ ਕਿਸਾਨਾਂ ਦੀ ਵੀ ਗੱਲ ਕਰ ਲੈਂਦੇ ਹਾਂ। ਕਿਸਾਨਾਂ ਨੇ ਜਿਸ ਤਰ੍ਹਾਂ ਤੁਸੀਂ ਕਿਹਾ ਬਿਲਕੁਲ, ਪਿਊਸ਼ ਗੋਇਲ ਜੀ ਨੇ ਔਰ ਨਰਿੰਦਰ ਤੋਮਰ ਜੀ, ਇਹਨਾਂ ਨੇ ਜਿਸ ਤਰ੍ਹਾਂ ਸਾਡੇ ਕਿਸਾਨਾਂ ਦਾ ਮਤਲਬ ਇਹ ਸੀਗੀ ਮੰਗ ਵੀ ਸਾਨੂੰ ਲਿਖਤ ਦੇ ਵਿੱਚ ਜਿਹੜਾ ਹੈ ਉਹ ਇਨਵੀਟੇਸ਼ਨ ਦਿਓ ਤਾਂ ਕਿ ਤੁਸੀਂ ਪਹਿਲਾਂ ਵਾਂਗ ਸਾਡੇ ਨਾਲ ਨਾ ਕਰੋ। ਕਹਿੰਦੇ ਨੇ ਵੀ ਦੋਨਾਂ ਮਿਨਿਸਟਰਾਂ ਦੇ ਸਾਈਨ ਕੀਤਾ ਜਿਹੜਾ ਲਿਖਤ ਇਨਵੀਟੇਸ਼ਨ ਇਸ ਵਾਰ ਜਿਹੜਾ ਹੈ ਉਹ ਕਿਸਾਨ ਜਥੇਬੰਦੀਆਂ 30 ਦੀਆਂ 30 31 ਉਹਨਾਂ ਨੇ ਤਾਂ ਖੈਰ ਲੱਖੋਵਾਲ ਜੀ ਨੂੰ ਵੀ ਦਿੱਤਾ ਹੈ, 31 ਦੀਆਂ 31 ਜਿਹੜੀਆਂ ਜਥੇਬੰਦੀਆਂ ਉਹਨਾਂ ਨੂੰ ਇਨਵੀਟੇਸ਼ਨ ਦਿੱਤਾ ਹੈ ਵੀ ਆਓ ਸਾਡੇ ਨਾਲ ਬੈਠ ਕੇ ਗੱਲ ਕਰੋ। ਔਰ ਖਦਸ਼ਾ ਇਹ ਨਿਕਲ ਰਿਹਾ ਹੈ ਕੀ ਕਰਨਗੇ ਜਾਣ ਕੇ, ਕਿਉਂਕਿ ਕਿਹਾ ਜਾ ਰਿਹਾ ਹੈ ਵੀ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਸਮਝਾਵਾਂਗੇ, ਕਿਉਂਕਿ ਇਹ ਤਰਨ ਚੁੱਗ ਦਾ ਬਿਆਨ ਆ ਗਿਆ ਹੈ ਵੀ ਕਿਸਾਨਾਂ ਨੂੰ ਸਮਝਾਉਣ ਦੇ ਲਈ ਉੱਥੇ ਬੁਲਾਇਆ ਜਾ ਰਿਹਾ, ਹੱਲ ਨਿਕਾਲਣ ਲਈ ਨਹੀਂ, ਸਮਝਾਉਣ ਦੇ ਲਈ ਵੀ ਕਿੰਨੇ ਫਾਇਦੇ ਹੋਣਗੇ। ਇਸੇ ਕਰਕੇ ਨਹੀਂ ਹੋਈ ਸੀ ਕਿ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਬਿੱਲਾਂ ਦੇ ਫਾਇਦੇ ਤੁਹਾਨੂੰ ਸਮਝਾਉਂਦੇ ਹਾਂ ਜੀ, ਪਰ ਹੁਣ ਉਹ ਤੋਂ ਬਾਅਦ ਜਿਹੜਾ ਹੈ ਪੁਲਾਂ ਹੇਠੋਂ ਕਾਫੀ ਪਾਣੀ ਦਾਵੜਾ ਸਾਹਿਬ ਵਗ ਚੁੱਕਿਆ ਜੀ। ਕਿਸਾਨ ਯੂਨੀਅਨ ਦਾ ਸੰਘਰਸ਼ ਵੀ ਕਾਫੀ ਲੰਬਾ ਹੋ ਚੁੱਕਿਆ ਹੈ। ਤੁਹਾਨੂੰ ਪਤਾ ਕਿ ਅੱਜ ਵੀ ਜੇ ਅੱਜ 10 ਬੰਦੇ ਹੁੰਦੇ, ਕੱਲ੍ਹ ਨੂੰ ਉਹ 10 ਬੰਦੇ ਬਣਾ ਕੇ ਰੱਖਣੇ ਜਿਹੜੇ ਆ ਬੜਾ ਔਖਾ ਹੁੰਦਾ। ਕਿਸਾਨ ਯੂਨੀਅਨ ਨੂੰ ਵੀ ਇਸ ਗੱਲ ਦਾ ਪਤਾ। ਪੰਜਾਬ ਸਰਕਾਰ ਵੀ ਥੋੜ੍ਹੀ ਔਖੀ ਹੋਈ ਪਈ ਹੈ ਕਿ ਰੇਲਾਂ ਨਹੀਂ ਚੱਲ ਰਹੀਆਂ, ਕਿਉਂਕਿ ਕੇਂਦਰ ਸਰਕਾਰ ਨੇ ਰੇਲਾਂ ਜਿਹੜੀਆਂ ਉਹ ਬੰਦ ਕਰ ਦਿੱਤੀਆਂ। ਵਪਾਰੀ ਵਰਗ ਵੀ ਔਖਾ ਹੈ, ਲੋਕ ਵੀ ਔਖੇ ਆ। ਸੋ ਕਿਸਾਨ ਯੂਨੀਅਨਾਂ ਨੂੰ ਵੀ ਕਿਤੇ ਨਾ ਕਿਤੇ ਆਪਣਾ ਸਟੈਂਡ ਥੋੜ੍ਹਾ ਜਿਹਾ ਡਾਇਲਿਊਟ ਕਰਨਾ ਪੈਣਾ, ਕਿਤੇ ਨਾ ਕਿਤੇ ਵਿਚਕਾਰਲਾ ਜਿਹੜਾ ਰਸਤਾ ਉਹ ਲੱਭਣਾ ਪੈਣਾ ਅਤੇ ਕੇਂਦਰ ਸਰਕਾਰ ਨੂੰ ਵੀ ਆਪਣੀ ਅੜੀ ਛੱਡਣੀ ਪੈਣੀ, ਤਾਂ ਇਹਦਾ ਹੱਲ ਨਿਕਲ ਸਕਦਾ। ਜੇ ਅੜੀ ਦੋਵਾਂ ਪਾਸਿਆਂ ਨੇ ਫੜ ਰੱਖੀ, ਕਿਸਾਨ ਯੂਨੀਅਨਾਂ ਨੇ ਵੀ ਫੜ ਰੱਖੀ ਅਤੇ ਕੇਂਦਰ ਸਰਕਾਰ ਨੇ, ਫਿਰ ਜਿਹੜਾ ਹੈ ਇਹ ਹੱਲ ਕੱਢਣਾ ਬੜਾ ਔਖਾ ਹੈ। ਜੇ ਕਾਂਗਰਸ ਦੀ ਗੱਲ ਕਰੀਏ, ਤੁਸੀਂ ਕਿਹਾ ਵੀ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਵੀ ਪਹਿਲੇ ਜਿਹੜੀ ਸਾਰੀ ਗੱਲਬਾਤ ਸੀ ਉਹ ਪੰਜਾਬ ਦੀ ਜਿਹੜੀ ਬੀਜੇਪੀ ਲੀਡਰਸ਼ਿਪ ਹੈ ਇਹਨੇ ਕੰਪਲੀਟ ਹੀ ਨਹੀਂ ਹੋਣ ਦਿੱਤੀ, ਸਿਰੇ ਹੀ ਨਹੀਂ ਚੜ੍ਹਨ ਦਿੱਤੀ। ਵੀ ਇਹਦੇ ਲਈ ਦੋਸ਼ੀ ਜਿਹੜੇ ਆ ਤਰਨ ਚੁੱਗ, ਅਸ਼ਵਨੀ ਕੁਮਾਰ ਵਰਗੇ ਜਿਹੜੇ ਪ੍ਰਧਾਨ ਪੰਜਾਬ ਦੇ ਹੈਗੇ ਇਹ ਨੇ। ਅਗਰ ਇਹ ਉਹਨਾਂ ਨੇ ਤਾਂ ਬਹੁਤ ਗਲਤ ਲਫ਼ਜ਼ਾਂ ਦਾ ਇਸਤੇਮਾਲ ਕੀਤਾ, ਮੈਂ ਇੱਥੇ ਬੋਲ ਨਹੀਂ ਸਕਦਾ। ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਵੀ ਅਗਰ ਇਹ ਲੋਕ ਫਿਰ ਉਸ ਮੀਟਿੰਗ ਦੇ ਵਿੱਚ ਬੈਠਣਗੇ ਤਾਂ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਉੱਥੇ ਜਾਣ ਦਾ, ਫਿਰ ਕੋਈ ਗੱਲ ਸਿਰੇ ਨਹੀਂ ਚੜ੍ਹੇਗੀ। ਵੀ ਕਿਤੇ ਨਾ ਕਿਤੇ ਉਹਨਾਂ ਦਾ ਖਦਸ਼ਾ ਤੁਸੀਂ ਮੰਨਦੇ ਹੋ ਵੀ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਬੀਜੇਪੀ ਦੀ ਨੂੰ ਲੈ ਕੇ ਸਹੀ ਹੈ? ਦੇਖੋ, ਕਿਸਾਨਾਂ ਤੇ ਰਾਜਨੀਤੀ ਹੋਣੀ ਹੈ, ਇਹ ਪੱਕੀ ਗੱਲ ਹੈ। ਇਹ ਕਿਸਾਨਾਂ ਨੂੰ ਵੀ ਸਮਝ ਲੈਣਾ ਚਾਹੀਦਾ ਕਿ 2022 ਆ ਰਿਹਾ ਤੇ ਉਹਦੇ 'ਚ ਜਿਹੜਾ ਹੈ ਉਹ ਰਾਜਨੀਤੀ ਕਿਸਾਨਾਂ ਨੂੰ ਲੈ ਕੇ, ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਹੋਣਾ ਹੈ। ਹਰੇਕ ਨੂੰ ਇਹ ਹੋਣਾ ਹੈ ਕਿ ਕਿਸਾਨਾਂ ਦੇ ਮਸਲੇ ਦਾ ਹੱਲ ਕੱਢਣ ਦੀਆਂ ਕੋਸ਼ਿਸ਼ਾਂ ਕਿਹਨਾਂ ਕੀਤੀਆਂ ਜਾਂ ਕਢਵਾਇਆ ਕਿਹਨਾਂ। ਸੋ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੀ ਇਹ ਕੋਸ਼ਿਸ਼ ਤਾਂ ਜ਼ਰੂਰ ਹੋਏਗੀ ਕਿ ਸਿਹਰਾ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਲੋਕਲ ਲੀਡਰਸ਼ਿਪ ਨੂੰ ਦਈਏ ਕਿ ਉਹ ਵਿੱਚ ਵਿਚਾਲੇ ਪਏ ਤਦ ਜਿਹੜਾ ਜਾ ਕੇ ਹੱਲ ਨਿਕਲਿਆ ਜਾਂ ਉਹਨਾਂ ਨੇ ਕਢਵਾਇਆ। ਸੋ ਹਰੇਕ ਦੀ ਇਹ ਕੋਸ਼ਿਸ਼ ਹੈ ਕਿ ਮੈਂ ਚਿੱਠੀ ਲਿਖੀ ਜੀ, ਮੈਂ ਮਿਲਿਆ ਜੀ ਤੇ ਤਦ ਹੋਇਆ। ਇੱਥੇ ਤਾਂ ਇੱਕ ਜੇ ਪੁਲ ਦਾ ਉਦਘਾਟਨ ਹੋਵੇ ਉਹਨੂੰ ਲੈ ਕੇ ਚਿੱਠੀ ਪੱਤਰ ਚੱਲਦਾ ਕਿ ਮੈਂ ਲੈ ਕੇ ਆਇਆ ਸੀ ਜੀ। ਪਰ ਤੁਸੀਂ ਇੱਕ ਨਾਂ ਲਿਆ ਸੁਰਜੀਤ ਜਿਆਣੀ ਦਾ, ਇਹ ਪਹਿਲੇ ਬੀਜੇਪੀ ਦੇ ਪਹਿਲੇ ਨੇਤਾ ਹੋਣਗੇ ਪੰਜਾਬ ਦੇ ਜਿਨ੍ਹਾਂ ਨੇ ਹਿੰਮਤ ਦਿਖਾਈ ਸੀ ਇਹ ਕਹਿ ਕੇ ਵੀ ਚਮਚਾਗਿਰੀ ਨਾ ਕਰੋ ਮੋਦੀ ਦੀ,
ਚਮਚਾਗਿਰੀ ਨਾ ਕਰੋ ਅਮਿਤ ਸ਼ਾਹ ਦੀ। ਉੱਥੇ ਜਾ ਕੇ ਉਹਨਾਂ ਨੂੰ ਦੱਸੋ ਵੀ ਆਹ ਗਲਤ ਚੀਜ਼ ਹੈ, ਇਹਨੂੰ ਠੀਕ ਕਰੋ, ਨਾ ਕਿ ਉਹਨਾਂ ਨੂੰ ਕਹਿ ਦਿਓ ਨਹੀਂ ਮੋਦੀ ਸਾਹਿਬ ਜੋ ਤੁਸੀਂ ਕੀਤਾ ਠੀਕ ਹੈ। ਕਹਿੰਦੇ ਮੈਨੂੰ ਸਭ ਤੋਂ ਜ਼ਿਆਦਾ ਜਿਆਣੀ ਸਾਹਿਬ ਦੀ, ਮੈਨੂੰ ਅੱਜ ਵੀ ਜਿਆਣੀ ਸਾਹਿਬ ਦੀ ਮੈਨੂੰ ਯਾਦ ਹੈ ਸ਼ਬਦ ਉਹਨਾਂ ਨੇ ਕਿਹਾ ਸੀ, ਮੈਨੂੰ ਦੁੱਖ ਹੋਇਆ ਸੀ ਉਸ ਵਕਤ ਜਦੋਂ ਦੁਸ਼ਹਿਰੇ ਦੇ ਮੌਕੇ ਜਿਹੜੇ ਆ ਪੁਤਲੇ ਰਾਵਣ ਦੀ ਬਜਾਏ ਮੋਦੀ ਸਾਹਿਬ ਦੇ ਸਾੜੇ ਗਏ ਸੀ। ਔਰ ਹੁਣ ਮੈਨੂੰ ਉਦੋਂ ਦੁੱਖ ਹੋਏਗਾ ਜਦੋਂ ਦੂਸਰੀ ਗੱਲ ਆ ਗਈ ਹੈ ਵੀ ਦੀਵਾਲੀ ਦੇ ਉੱਤੇ ਜਿਹੜੇ ਕਿਸਾਨਾਂ ਨੇ ਇਹ ਫੈਸਲਾ ਕੀਤਾ ਸੀ ਵੀ ਅਸੀਂ ਅਰਥੀ ਫੂਕ ਮੁਜ਼ਾਹਰੇ ਕਰਨਗੇ, ਤਾਂ ਉਹ ਕਹਿੰਦੇ ਵੀ ਮੈਂ ਉੱਥੇ ਜਾ ਕੇ, ਮੈਨੂੰ ਬੁਲਾਇਆ ਗਿਆ, ਉੱਥੇ ਜਾ ਕੇ ਸਾਰੀ ਗੱਲਬਾਤ ਕੀਤੀ। ਇਹ ਉਸ ਦਾ ਨਤੀਜਾ ਹੈ ਵੀ ਕਿਸਾਨਾਂ ਨੂੰ ਦੁਬਾਰਾ ਬੁਲਾਇਆ ਜਾ ਰਿਹਾ ਹੈ। ਦੇਖੋ ਜਿਹੜੇ ਪੋਲੀਟੀਸ਼ੀਅਨਸ ਨੇ ਇਲੈਕਸ਼ਨ ਲੜਨਾ ਹੈ ਜਾਂ ਜਿਹੜੇ ਲੜਦੇ ਰਹੇ ਆ, ਜਿਨ੍ਹਾਂ ਨੂੰ ਧਰਾਤਲ ਤੇ ਪਤਾ ਹੈ ਜ਼ਮੀਨੀ ਹਾਲਾਤ ਕੀ ਨੇ, ਉਹ ਵਾਕਈ ਸੁਰਜੀਤ ਕੁਮਾਰ ਜਿਆਣੀ ਵਾਂਗੂ ਸੋਚਦੇ ਹੋਣੇ ਕਿ ਉਹਨਾਂ ਨੂੰ ਪਤਾ। ਪਰ ਬਾਕੀ ਬੀਜੇਪੀ ਦੀ ਲੀਡਰ ਕੋਈ ਨਹੀਂ ਬੋਲੀ ਅੱਜ ਤੱਕ, ਕੋਈ ਕਿਸੇ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਨਹੀਂ ਲਗਾਇਆ। ਨਹੀਂ, ਉਹ ਲੀਡਰਸ਼ਿਪ ਦੀਆਂ ਆਪਣੀਆਂ ਕਿ ਉਹ ਕਿਹਨੂੰ, ਜਿੱਦਾਂ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਚਮਚਾਗਿਰੀ ਕਲਚਰ ਵੀ ਹੁੰਦਾ ਕਿ ਅਸੀਂ ਸਿਰਫ ਲੀਡਰ ਦੀ ਹਾਂ 'ਚ ਹਾਂ ਮਿਲਾਣੀ ਹੈ, ਕਿਤੇ ਸਾਡੇ ਨੰਬਰ ਨਾ, ਸਾਡਾ ਰਿਪੋਰਟ ਕਾਰਡ ਨਾ ਖਰਾਬ ਹੋ ਜਾਵੇ, ਅਸੀਂ ਜੋ ਕੇਂਦਰੀ ਲੀਡਰਸ਼ਿਪ ਨੇ ਕਰਤਾ। ਪਰ ਕਿਸੇ ਨਾ ਉਹਨਾਂ ਨੂੰ ਜ਼ਮੀਨੀ ਹਕੀਕਤਾਂ ਤੇ ਵਾਕਿਫ ਤਾਂ ਕਰਾਉਣਾ। ਬੇਸ਼ੱਕ ਉਹਨਾਂ ਦੀਆਂ ਆਪਣੀਆਂ ਏਜੰਸੀਆਂ ਹੁੰਦੀਆਂ, ਆਪਣੇ ਤੌਰ ਤੇ ਫੀਡਬੈਕ ਲੈਂਦੇ ਆ, ਪਰ ਜੇ ਲੋਕਲ ਲੀਡਰਸ਼ਿਪ ਜਿਨ੍ਹਾਂ ਨੇ ਲੋਕਾਂ 'ਚ ਵਿਚਰਨਾ ਹੈ, ਜਾ ਕੇ ਲੋਕਾਂ ਦਾ, ਇਹ ਤਾਂ ਨਕਸਲਾਈਟ ਕਹਿ ਰਹੇ, ਮਦਨ ਮੋਹਨ ਮਿੱਤਲ ਜੀ ਕਹਿ ਰਹੇ ਤਾਂ ਨਕਸਲਾਈਟ ਹੈ। ਇਹ ਤੇ ਜਿਹੜੇ ਬੈਠੇ ਹੋਏ ਆ ਇਹ ਤਾਂ ਕਿਸਾਨ ਹੈ ਹੀ ਨਹੀਂ ਹੈ। ਇਹ ਕਿਹੜੀ ਲੋਕਲ ਲੀਡਰਸ਼ਿਪ ਦੀ ਤੁਸੀਂ ਗੱਲ ਕਰ ਰਹੇ ਹੋ? ਮਾਮਲਾ ਅੜਿਆ ਹੀ ਉੱਥੇ ਆ ਦਾਵੜਾ ਸਾਹਿਬ, ਜਦੋਂ ਨਕਸਲਾਈਟ, ਦਲਾਲ ਵਗੈਰਾ ਵਗੈਰਾ ਕਹਿ ਕੇ ਜਿਹੜਾ ਹੈ ਉਹ ਦੋਵਾਂ ਪਾਸਿਆਂ ਤੇ ਇਹ ਅੜੀ ਫੜ ਲਈ ਗਈ ਕਿ ਸਾਡਾ ਸਟੈਂਡ ਠੀਕ ਹੈ, ਸਾਡਾ ਸਟੈਂਡ ਠੀਕ ਹੈ। ਹੁਣ ਮੈਂ ਸਮਝਦਾ ਕਿ ਰਸਤਾ ਨਿਕਲ ਰਿਹਾ ਤੇ ਸਾਨੂੰ ਸਾਰਿਆਂ ਨੂੰ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਕਿ ਕਿਤੇ ਨਾ ਕਿਤੇ ਇਹ ਰਸਤਾ ਨਿਕਲੇ, ਇਹ ਮਸਲਾ ਜਿਹੜਾ ਹੈ ਹੱਲ ਹੋਣਾ ਚਾਹੀਦਾ। ਆਸ ਕਰਦੇ ਹਾਂ ਕਿ 13 ਤਰੀਕ ਨੂੰ ਇਹ ਮਸਲਾ ਕਿਤੇ ਨਾ ਕਿਤੇ ਕੁਝ ਨਾ ਕੁਝ ਹੱਲ ਜ਼ਰੂਰ ਹੋਏਗਾ, ਤਾਂ ਕਿ ਕਿਸਾਨਾਂ ਨੂੰ ਵੀ ਦੀਵਾਲੀ ਜਿਹੜੀ ਹੈ ਉਹ ਬਕਾਇਦਾ ਖੂਬਸੂਰਤ, ਪਟਾਕੇਦਾਰ, ਜਾਇਕੇਦਾਰ ਤੇ ਮਸਾਲੇਦਾਰ ਮਨਾਉਣ ਦੀ ਜਿਹੜੀ ਹੈ ਉਹ ਮਨਸ਼ਾ ਪੂਰੀ ਹੋ ਜਾਏਗੀ। ਸੋ ਅਗਰ ਕੁਝ ਹੋਇਆ 13 ਤਰੀਕ ਨੂੰ, ਫਿਰ ਅਸੀਂ ਤੁਹਾਡੇ ਰੂਬਰੂ ਹੋਵਾਂਗੇ 13 ਤਰੀਕ ਦਾ ਕਿਸਾਨਾਂ ਦਾ ਹਾਲ ਲੈ ਕੇ, ਵਕਤ ਦਾ ਮੁੱਦਾ ਲੈ ਕੇ ਇੱਕ ਵਾਰ ਫਿਰ ਤੁਹਾਡੇ ਰੂਬਰੂ ਹੋਵਾਂਗੇ। ਫਿਲਹਾਲ ਰਾਣਾ ਜੀ ਬਹੁਤ ਬਹੁਤ ਧੰਨਵਾਦ। ਦੋਸਤੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਪਰ ਇੱਕ ਫਿਰ ਰਿਕੁਐਸਟ ਹੋਈ ਹੈ ਕਿ SDT ਪ੍ਰਾਈਮ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ, ਔਰ ਸਬਸਕ੍ਰਾਈਬ ਕਰਨ ਤੋਂ ਬਾਅਦ ਘੰਟੀ ਵਾਲਾ ਬਟਨ ਜ਼ਰੂਰ ਦਬਾ ਦੇਣਾ ਤਾਂ ਕਿ ਤੁਸੀਂ ਸਾਡੇ ਨਾਲ ਜੁੜੇ ਰਹਿ ਸਕੋ। ਬਹੁਤ ਬਹੁਤ ਧੰਨਵਾਦ। ਨਮਸਕਾਰ।